ਆਮ ਆਦਮੀ ਪਾਰਟੀ ਦੀ ਸਰਕਾਰ ਆਊਗੀ ਤਾਂ 300 ਯੂਨਿਟ ਮਹੀਨੇ ਦੀਆਂ ਹਰੇਕ ਵਰਗ ਨੂੰ ਅਸੀਂ ਫ੍ਰੀ ਦੇਵਾਂਗੇ ਕਿ ਵੀ ਇਹ ਤੁਹਾਨੂੰ ਕੇਜਰੀਵਾਲ ਜੀ ਦੀ ਗਰੰਟੀ ਜਾਂ ਜਿਹੜਾ ਉਹਨਾਂ ਨੇ ਵਾਅਦਾ ਤੁਹਾਡੇ ਨਾਲ ਕੀਤਾ ਹੈ ਕਿਦਾਂ ਦਾ ਲੱਗਦਾ ਆ। श्रोमणी अकाली दल ने अपने जोड़े कैंडीडेट है घोषित करने शुरू करते ना आम आदमी पार्टी ने घोषणा की है ना कांग्रेस ने। कितने देरी कितने हो रही या आम आदमी पार्टी को कोई कैंडीडेट मिलता नहीं पाया। चांसेस 95 to 99% चांसेस यही है कि जो हल्का प्रधान है वही आने वाले टाइम के इलैक्शन लड़नगे। 117 सीटां दे उत्ते कैंडीडेट लभ जाण, मैं अरदास करूँगा भी इन्होंने लभ जाण। आम आदमी पार्टी ने अगर डॉक्टर संजीव कुमार को सेंटर तो मौका दिता लड़न का, डॉक्टर संजीव कुमार सब तो पहला किहड़ा काम करेगा जिन्होंने देख के दुनिया याद करेगी डॉक्टर संजीव कुमार ने का काम किया। बेसिक इंफ्रास्ट्रक्चर वधिया देवांगे, सेहत सुविधावां दा ख्याल रखिया जाऊगा, एक प्रॉपर कोआर्डीनेशन क्योंकि जिहड़ा बेसिक जिहड़ा काम है वो तुहाडा कारपोरेशन दे थ्रू होना, उहनूं चंगी अहमियत दित्ती जाऊगी। साडी पार्टी कहती है कि जो मैनीफेस्टो आ मैनीफेस्टो को एक लीगल डॉकूमेंट बना दो। जी पार्टी एक तयशुदा टाइम के अपने मैनीफेस्टो दियाँ जो भी उस प्रोमिसेस है वो पूरा नहीं उतरती, उन्होंने मान्यता रद्द कर दो। कांग्रेस की जी अंदरली जी फाइट है वो खत्म हो जाए। जे फाइट इदां ही चलती रही तो आम आदमी पार्टी की क्लीन स्वीप होगी, मैं ये सोचता। 2022 ਦੀਆਂ ਚੋਣਾਂ ਜਿਵੇਂ ਜਿਵੇਂ ਨਜ਼ਦੀਕ ਆ ਰਹੀਆਂ ਉਵੇਂ ਉਵੇਂ ਖਾੜਾ ਬਿਲਕੁਲ ਭਖਦਾ ਹੀ ਨਜ਼ਰ ਆ ਰਿਹਾ। ਕਈ ਪਾਰਟੀਆਂ ਦੇ ਨੁਮਾਇੰਦੇ ਆਪਣਾ ਘਰ ਛੱਡ ਕੇ ਦੂਸਰੇ ਘਰ ਵਿੱਚ ਜਾ ਰਹੇ ਨੇ ਔਰ ਕਈ ਨੁਮਾਇੰਦੇ ਆਪਣੇ ਘਰ ਵਾਪਸੀ ਵੀ ਕਰ ਰਹੇ ਨੇ। ਇਸੇ ਉੱਤੇ ਗੱਲਬਾਤ ਕਰਨ ਲਈ ਸਾਡੇ ਨਾਲ ਮੌਜੂਦ ਆ ਆਮ ਆਦਮੀ ਪਾਰਟੀ ਦੇ ਡਾਕਟਰ ਸੰਜੀਵ ਕੁਮਾਰ। ਸੰਜੀਵ ਕੁਮਾਰ ਜੀ, 2022 ਦੀਆਂ ਚੋਣਾਂ ਨਜ਼ਦੀਕ ਆ ਰਹੀਆਂ, ਆਮ ਆਦਮੀ ਪਾਰਟੀ ਕਿੱਥੇ ਸਟੈਂਡ ਕਰਦੀ? ਸਭ ਤੋਂ ਪਹਿਲਾਂ ਤਾਂ ਮੇਰੇ ਵੱਲੋਂ ਦੈਨਿਕ ਸਵੇਰਾ ਦੇਖਣ ਵਾਲੇ ਸਾਰੇ ਦਰਸ਼ਕਾਂ ਨੂੰ ਪਿਆਰ ਭਰਿਆ ਸਤਿ ਸ਼੍ਰੀ ਅਕਾਲ। ਤੁਹਾਨੂੰ ਪਤਾ ਹੀ ਹੈ ਕਿ ਅੱਜ ਕੱਲ੍ਹ ਸਾਡਾ ਇੱਕ ਪਿਛਲੇ ਦਿਨੀ ਕੇਜਰੀਵਾਲ ਜੀ ਚੰਡੀਗੜ੍ਹ ਆ ਕੇ ਅਨਾਊਂਸ ਕਰਕੇ ਗਏ ਸੀ ਕਿ ਉਹਨਾਂ ਦੀ ਸਰਕਾਰ ਦੀ ਜਿਹੜੀ ਅਸੀਂ ਪਹਿਲੀ ਗਰੰਟੀ ਅਨਾਊਂਸ ਕਰਦੇ ਹਾਂ ਕਿ ਜੇ ਆਮ ਆਦਮੀ ਪਾਰਟੀ ਦੀ ਸਰਕਾਰ ਆਊਗੀ ਤਾਂ 300 ਯੂਨਿਟ ਮਹੀਨੇ ਦੀਆਂ ਹਰੇਕ ਵਰਗ ਨੂੰ ਅਸੀਂ ਫ੍ਰੀ ਦੇਵਾਂਗੇ। ਜਿਹੜੀਆਂ ਅਸੀਂ ਦਿੱਲੀ ਦੇ ਵਿੱਚ 200 ਵਰਗ ਦਿੰਦੇ ਹਾਂ, ਇੱਥੇ 300 ਦੇਵਾਂਗੇ ਕਿਉਂਕਿ ਉਹਨਾਂ ਨੇ ਇੱਕ ਕੈਲਕੂਲੇਟ ਕੀਤਾ ਆ ਕਿ ਅਸੀਂ ਰਫਲੀ 70% ਜਿਹੜੀ ਪਾਪੂਲੇਸ਼ਨ ਆ ਉਹਨੂੰ ਅਸੀਂ ਇਹ ਜਿਹੜੀ ਆ ਮਤਲਬ ਕਮਿਊਨਿਟੀਜ਼ ਤੋਂ ਉੱਪਰ ਉੱਠ ਕੇ ਗਰੀਬ ਤਾਂ ਗਰੀਬ ਹੈ, ਸੋ 300 ਯੂਨਿਟ ਮਹੀਨੇ ਦੀ ਜਾਂ 600 ਯੂਨਿਟ 2 ਮਹੀਨਿਆਂ ਦੀ ਅਸੀਂ ਫ੍ਰੀ ਦੇਵਾਂਗੇ ਜੇ ਸਾਡੀ ਸਰਕਾਰ ਆਉਂਦੀ ਆ। ਕਿਉਂਕਿ ਤੁਹਾਨੂੰ ਪਤਾ ਕਿ ਪਿਛਲੇ ਕਾਫੀ ਸਮੇਂ ਤੋਂ ਜਿਹੜੀ ਬਿਜਲੀ ਦਾ ਮਹਿਕਮਾ ਦੀ ਬੜੀ ਮਿਸਮੈਨੇਜਮੈਂਟ ਚੱਲ ਰਹੀ ਆ ਔਰ ਕੈਪਟਨ ਸਾਹਿਬ ਨੇ ਪ੍ਰੋਮਿਸ ਵੀ ਕੀਤਾ ਸੀ ਆਪਣੇ ਮੈਨੀਫੈਸਟੋ ਦੇ ਵਿੱਚ ਵੀ ਜੇ ਸਰਕਾਰ ਕਾਂਗਰਸ ਦੀ ਆਉਂਦੀ ਆ ਤਾਂ 5 ਰੁਪਏ ਯੂਨਿਟ ਜਿਹੜੀ ਆ ਬਿਜਲੀ ਦੇਊਗੀ ਔਰ ਵੇਅਰ ਇਸ ਵੇਲੇ ਜਿਹੜੀ ਤੁਹਾਨੂੰ ਪਤਾ ਹੀ ਆ ਕਿ 9 ਰੁਪਏ ਦੇ ਕਰੀਬ ਪੈ ਰਹੀ ਆ। ਕੋਵਿਡ ਦੇ ਟਾਈਮ ਦੇ ਵਿੱਚ ਅਸੀਂ ਬਹੁਤ ਸਫ਼ਰ ਕੀਤਾ, ਸਾਡੀ ਇੰਡਸਟਰੀ ਨੇ ਬਹੁਤ ਸਫ਼ਰ ਕੀਤਾ। ਦੂਜੀ ਪੀਕ 'ਚੋਂ ਅਸੀਂ ਉੱਭਰ ਹੀ ਸਕੇ ਔਰ ਜਿਹੜਾ ਝੋਨੇ ਦਾ ਮੌਸਮ ਕਰਕੇ ਜਿਹੜੀ ਖਪਤ ਜਿਹੜੀ ਬਿਜਲੀ ਦੀ ਬਹੁਤ ਵੱਧ ਜਾਂਦੀ ਆ ਔਰ ਇੱਕ ਸਡਨ ਜਿਹੜਾ ਕ੍ਰੈਸ਼ ਡਾਊਨ ਹੋ ਗਿਆ ਜਿਹੜੇ ਬਿਜਲੀ ਦੇ ਪਲਾਂਟ ਸੀਗੇ ਔਰ ਇੰਡਸਟਰੀਜ਼ ਨੂੰ ਇਹ ਤੱਕ ਕਹਿ ਦਿੱਤਾ ਗਿਆ ਕਿ ਵੀ ਤੁਸੀਂ ਫਰਾਈਡੇ ਸੈਟਰਡੇ ਸੰਡੇ ਕੰਪਲਸਰੀ ਤੁਹਾਡਾ ਹੌਲੀਡੇ ਕਰ ਦਿੱਤਾ ਗਿਆ। ਸੋ ਇਹ ਸਾਰੀਆਂ ਚੀਜ਼ਾਂ ਨੂੰ ਦੇਖਦਿਆਂ ਹੋਇਆਂ ਕੇਜਰੀਵਾਲ ਜੀ ਨੇ ਇਹ ਦੇਖਿਆ ਕਿ 70% ਜਿਹੜੀ ਪੰਜਾਬ ਦੀ ਪਾਪੂਲੇਸ਼ਨ ਨੂੰ ਅਸੀਂ ਫ੍ਰੀ ਦੇਣੀ ਆ ਪਹਿਲੀ 300 ਯੂਨਿਟ ਔਰ ਉਹ 300 ਯੂਨਿਟ ਉਹ ਇੰਨਾ ਕੁ 300 ਯੂਨਿਟ ਬਣਦੀ ਆ ਔਰ ਉਹਨੂੰ ਹਾਈਲਾਈਟ ਕਰਨ ਲਈ ਅਤੇ ਘਰ ਘਰ ਇਹਦੀ ਦੇਖੋ ਹਰੇਕ ਆਦਮੀ ਤਾਂ ਨਾ ਅਖਬਾਰ ਪੜ੍ਹਦਾ, ਨਾ ਚੈਨਲ ਦੇਖਦਾ, ਨਾ ਖਬਰਾਂ ਦੇਖਦਾ। ਸੋ ਏਰੀਆਜ਼ ਇੱਦਾਂ ਦੇ ਆ ਜਿਹੜੀ ਲੋਕੀ ਹਾਰਡਲੀ 10 ਤੋਂ 20% ਲੋਕੀ ਆ ਜਿਹੜੇ ਸਰਾਊਂਡਿੰਗਸ ਦੇ ਨਾਲ ਜੁੜੇ ਹੋ ਆ, ਰੋਜ਼ ਦੀਆਂ ਗਤੀਵਿਧੀਆਂ ਨਾਲ ਜੁੜੇ ਹੋ ਆ। ਸੋ ਉਹ ਜਿਹੜਾ ਉਹਨਾਂ ਦਾ ਸੰਦੇਸ਼ ਆ, ਉਹ ਜਿਹੜੀ ਉਹਨਾਂ ਨੇ ਗਰੰਟੀ ਆ ਦਿੱਤੀ, ਉਹ ਅਸੀਂ ਆਮ ਆਦਮੀ ਪਾਰਟੀ ਦੇ ਹਰੇਕ ਹਲਕੇ ਦੇ ਵਿੱਚ, ਹਰੇਕ ਵਾਰਡ ਦੇ ਵਿੱਚ, ਹਰੇਕ ਬਲਾਕ ਦੇ ਵਿੱਚ ਘਰ ਘਰ ਲੈ ਕੇ ਜਾ ਰਹੇ ਹਾਂ। ਸੋ ਕੁਛ ਵਲੰਟੀਅਰਸ ਤਾਂ ਸਵੇਰ ਤੋਂ ਹੀ ਇਸ ਕੰਮ ਲਈ ਸ਼ੁਰੂ ਹੋ ਜਾਂਦੇ ਆ, ਕੁਛ ਇਹ ਆ ਕਿ 5 ਵਜੇ ਤੋਂ ਲੈ ਕੇ ਰਾਤ ਨੂੰ 9 ਵਜੇ ਤੱਕ ਸਾਡਾ ਇਹ ਕੈਂਪੇਨ ਚੱਲ ਰਿਹਾ। ਲੋਕਾਂ ਦੀ ਅਸੀਂ ਫੀਡਬੈਕ ਵੀ ਲੈ ਰਹੇ ਹਾਂ ਕਿ ਵੀ ਇਹ ਤੁਹਾਨੂੰ ਕੇਜਰੀਵਾਲ ਜੀ ਦੀ ਗਰੰਟੀ ਜਾਂ ਜਿਹੜਾ ਉਹਨਾਂ ਨੇ ਵਾਅਦਾ ਤੁਹਾਡੇ ਨਾਲ ਕੀਤਾ ਹੈ ਕਿੱਦਾਂ ਦਾ ਲੱਗਦਾ ਆ। ਅੱਜ ਕੱਲ੍ਹ ਇਹ ਬੇਸਿਕਲੀ ਤਾਂ ਵਿਰੋਧੀ ਪਾਰਟੀਆਂ ਵੀ ਕਹਿੰਦੀਆਂ ਕਿ ਵੀ ਇਹ ਇਲੈਕਸ਼ਨ ਨੂੰ ਮੱਦੇ ਨਜ਼ਰ ਦੇਖ ਕੇ ਕੇਜਰੀਵਾਲ ਜੀ ਨੇ ਕੀਤਾ। ਬਈ ਅਸੀਂ ਰੂਲਿੰਗ ਪਾਰਟੀ ਨਹੀਂ, ਅਸੀਂ ਓਪੋਜੀਸ਼ਨ ਪਾਰਟੀ ਹਾਂ।
ਜੇ ਪਹਿਲੋਂ ਅਨਾਉਂਸ ਕਰਨਾ ਸੀਗਾ ਤਾਂ ਕਾਂਗਰਸ ਨੂੰ ਕਰਨਾ ਚਾਹੀਦਾ ਸੀ ਕਿ ਕਾਂਗਰਸ ਨੇ ਆਪਣਾ ਵਾਅਦਾ ਕੀਤਾ ਸੀਗਾ। ਔਰ ਕਾਂਗਰਸ ਨੇ ਇਹ ਵੀ ਕਿਹਾ ਸੀਗਾ ਲਓ ਜੀ ਕੇਜਰੀਵਾਲ ਤਾਂ ਪੰਜਾਬੀ ਨਹੀਂ, ਪਰ ਬਈ ਜਿਹੜੀ ਸੋਨੀਆ ਗਾਂਧੀ ਆ ਉਹ ਵੀ ਪੰਜਾਬ ਦੀ ਨਹੀਂ ਉਹ ਤਾਂ ਦਿੱਲੀ ਦੀ ਵੀ ਨਹੀਂ ਠੀਕ ਹੈ। ਸੋ ਨੈਸ਼ਨਲ ਲੀਡਰਸ ਇੱਦਾਂ ਦੇ ਹੀ ਹੁੰਦੇ ਆ। ਸੋ ਫੁੱਲ ਸਕੇਲ ਦੇ ਉੱਤੇ ਸਾਡਾ ਜਿਹੜਾ ਸੰਵਾਦ ਅਸੀਂ ਵਰਡ ਇਹਦੇ ਲਈ ਯੂਜ਼ ਕੀਤਾ, ਬਿਜਲੀ ਸੰਵਾਦ, ਬਟ ਅਸੀਂ ਇਹਨੂੰ ਇੱਕ ਜਨਰਲਾਈਜ਼ ਸੰਵਾਦ ਬਣਾਤਾ। ਲੋਕਾਂ ਤੋਂ ਫੀਡਬੈਕ ਲੈਂਦੇ ਆ ਬਈ ਤੁਸੀਂ ਨਸ਼ਿਆਂ ਤੋਂ ਕਿੰਨੇ ਕੁ ਤੰਗ ਆ, ਤੁਸੀਂ ਅਨਐਮਪਲੋਇਮੈਂਟ ਤੋਂ ਜੇ ਕੇਜਰੀਵਾਲ ਜੀ ਨੇ 300 ਯੂਨਿਟ ਫ੍ਰੀ ਕੀਤਾ, ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ 400 ਯੂਨਿਟ ਫ੍ਰੀ ਕਰਨ ਦਾ ਐਲਾਨ ਕਰ ਦਿੱਤਾ। ਦੇਖੋ ਇੱਦਾਂ ਆ ਕਿ 10 ਸਾਲ ਪਹਿਲੋਂ ਰੂਲ ਕਰ ਚੁੱਕੇ ਆ। ਸੋ ਉਹਨਾਂ ਨੇ ਕਿਉਂਕਿ ਇਹ ਜਿਹੜੀ ਇਟਸ ਵਨ ਮੈਨ ਆਪਸ਼ਿਪ ਵੀ ਇੱਕ ਦੂਜੇ ਨੂੰ ਦੇਖ ਕੇ, ਇਹ ਹੁਣ ਹੋ ਸਕਦਾ ਕਾਂਗਰਸ 500 ਯੂਨਿਟ ਅਨਾਊਂਸ ਕਰ ਦੇਵੇ, ਬਟ ਅਸੀਂ ਲੋਕਾਂ ਨੂੰ ਇਹ ਕਹਿੰਦੇ ਆ ਕਿ ਤੁਹਾਨੂੰ ਕੇਜਰੀਵਾਲ ਦੇ 300 ਯੂਨਿਟ 'ਤੇ ਵਾਅਦਾ ਆ ਕਿ ਸੁਖਬੀਰ ਬਾਦਲ ਦੇ 400 ਯੂਨਿਟ 'ਤੇ ਭਰੋਸਾ ਆ। ਸੋ ਲੋਕੀ ਡੈਫੀਨੇਟਲੀ, ਕਿਉਂਕਿ ਉਹਨਾਂ ਨੇ ਜੋ ਵਾਅਦੇ ਦਿੱਲੀ ਦੇ ਵਿੱਚ ਕੀਤੇ ਸੀ ਉਹ ਪੂਰਾ ਕਰਕੇ ਦਿਖਾਏ ਆ। ਸੋ ਬਾਕੀਆਂ ਦੇ ਜਿਹੜੇ ਵਾਅਦੇ ਆ, ਜਿਹੜੇ ਮੈਨੀਫੈਸਟੋ ਦੇ ਵਿੱਚ ਤੁਸੀਂ ਦੇਖੇ ਸੀਗੇ, ਉਹ ਪੂਰੇ ਨਹੀਂ ਹੋਏ। ਸਭ ਤੋਂ ਵੱਡਾ ਤਾਂ ਇਹਦੇ 'ਚ ਬਿਜਲੀ ਦਾ ਹੀ ਮੁੱਦਾ ਸੀਗਾ। ਤੁਸੀਂ ਆਪ ਇੱਕ ਇੰਡਸਟਰੀ ਰਨ ਕਰਦੇ ਆ, ਮੀਡੀਆ ਇਜ਼ ਆਲਸੋ ਇੰਡਸਟਰੀ। ਤੁਸੀਂ ਦੇਖੋ ਕਿੰਨਾ ਸਫ਼ਰ ਕਰਦੇ ਆ, ਐਮਪਲੋਈਜ਼ ਕਿੰਨਾ ਸਫ਼ਰ ਕਰਦੇ ਆ ਕਿ ਸਾਡੇ ਰਾਤ ਨੂੰ ਅਗਰ ਕੱਟ ਲੱਗ ਜਾਵੇ ਤਾਂ ਦਿਨ ਨੂੰ ਸਾਡੀ ਐਫੀਸ਼ੀਐਂਸੀ ਘੱਟ ਜਾਂਦੀ ਆ ਕੰਮ ਦੀ। ਸੋ ਲੋਕਾਂ ਨੂੰ ਕੇਜਰੀਵਾਲ ਦੇ ਕਹਿਣ 'ਤੇ ਵਿਸ਼ਵਾਸ ਹੈਗਾ ਆ। ਸੋ ਸਾਨੂੰ ਉਹਨਾਂ ਦੇ ਵਿਸ਼ਵਾਸ 'ਤੇ ਵਿਸ਼ਵਾਸ ਹੈ। ਤੁਸੀਂ ਵਾਅਦਿਆਂ ਦੀ ਗੱਲ ਕੀਤੀ ਹੈ, ਤੁਸੀਂ ਕਿਹਾ ਕਿ ਕੇਜਰੀਵਾਲ ਜੋ ਵਾਅਦੇ ਕਰਕੇ ਗਏ ਉਹ ਪੂਰੇ ਕਰਕੇ ਜਾਣਗੇ, ਮਗਰ ਦੂਸਰੇ ਪਾਸੇ ਸੁਖਬੀਰ ਸਿੰਘ ਬਾਦਲ ਵੀ ਇਹ ਕਹਿ ਰਹੇ ਹੈ ਕਿ ਜੋ ਅਸੀਂ ਵਾਅਦਾ ਕੀਤਾ ਪੂਰਾ ਕਰਕੇ ਦਿਖਾਇਆ, ਉਹ ਜੋ ਵਾਅਦਾ ਕਰਾਂਗੇ ਉਹ ਵੀ ਪੂਰਾ ਕਰਕੇ ਦਿਖਾਵਾਂਗੇ। ਦੇਖੋ ਇਹ ਆ ਕਿ ਉਹਨਾਂ ਨੂੰ 10 ਸਾਲ ਦਾ ਟਾਈਮ ਮਿਲਿਆ ਸੀਗਾ। ਸਭ ਤੋਂ ਪਹਿਲਾਂ ਤਾਂ ਮੈਂ ਮਾਈਨਿੰਗ ਦੇ ਉੱਤੇ ਆਉਣਾ। ਮਾਈਨਿੰਗ ਦੀ ਜਿਹੜੀ ਉਹਨਾਂ ਦੀ ਕਲੈਕਸ਼ਨ ਸੀਗੀ ਉਹ 40 ਕਰੋੜ ਰੁਪਈਏ ਦੀ ਸਾਲਾਨਾ ਸੀਗੀ, ਜਿਹੜਾ ਜਿੰਨਾ ਵੀ ਅਕਾਲੀ ਦਲ ਬੀਜੇਪੀ ਦਾ ਟਨਿਓਰ ਰਿਹਾ। ਔਰ ਕੈਪਟਨ ਸਾਹਿਬ ਨੇ ਇੱਕ ਮੈਨੀਫੈਸਟੋ ਦੇ ਵਿੱਚ ਵਾਅਦਾ ਕੀਤਾ ਸੀ ਵੀ ਮੈਂ ਮਾਈਨਿੰਗ ਮਾਫੀਆ ਨੂੰ ਆਈ ਵਿਲ ਬ੍ਰਿੰਗ ਇਟ ਟੂ ਦਾ ਬੁੱਕ, ਮੈਂ ਇਹਨਾਂ ਨੂੰ ਬੁੱਕ ਕਰੂੰਗਾ, ਮੈਂ ਇਹਨਾਂ ਦਾ ਜਿਹੜਾ ਮਤਲਬ ਡਿਸੈਕਸ਼ਨ ਕਰਕੇ ਰੱਖ ਦੂੰਗਾ। ਕਾਂਗਰਸ ਨੇ ਆ ਕੇ ਆਪਣੇ ਟਨਿਓਰ ਦੇ ਵਿੱਚ ਉਹ ਜਿਹੜਾ ਬਜਟ ਆ ਉਹਦਾ ਵਧਾਤਾ 1100 ਕਰੋੜ ਰੁਪਈਆ ਸਾਲਾਨਾ। ਸੋ ਇਹ ਫ਼ਰਕ ਕਿੰਨਾ ਹੋ ਗਿਆ? 1060 ਕਰੋੜ ਸਾਲਾਨਾ ਦਾ ਫ਼ਰਕ ਹੋ ਗਿਆ। 10 ਸਾਲ ਰੂਲ ਉਹਨਾਂ ਨੇ ਕੀਤਾ, ਇਹਦਾ ਮਤਲਬ 10 ਕਰੋੜ 600 ਕਰੋੜ ਦਾ ਕੈਪਟਨ ਸਾਹਿਬ ਦੇ ਹਿਸਾਬ ਨਾਲ ਅਕਾਲੀਆਂ ਨੇ ਘਪਲਾ ਕੀਤਾ। ਔਰ ਹੁਣ ਉਹੀ ਸੁਖਬੀਰ ਬਾਦਲ ਦੇਖੋ ਦਰਿਆਵਾਂ ਦੇ ਉੱਤੇ ਚੈੱਕ ਕਰਨ ਜਾ ਰਿਹਾ ਵੀ ਮਾਫੀਆ, ਮਾਈਨਿੰਗ ਮਾਫੀਆ। ਉਹ ਇਹ ਨਹੀਂ ਦੇਖਦੇ ਕਿ ਹਜੇ ਵੀ ਅਸੀਂ ਇਹ ਸੋਚਦੇ ਹਾਂ ਹਜੇ ਵੀ ਮਾਈਨਿੰਗ ਮਾਫੀਆ ਜਿਹੜਾ ਸਾਡੇ ਪੰਜਾਬੀਆਂ ਦੇ ਆਪਣੇ ਦਰਿਆ, ਆਪਣਾ ਪਾਣੀ, ਔਰ ਉਹ ਮਜਬੂਰ ਆ। ਉਹ ਮੈਨੂੰ ਯਾਦ ਆ ਕਿ ਅੱਜ ਤੋਂ 20 ਸਾਲ ਪਹਿਲੋਂ 400 ਰੁਪਏ ਦੀ ਰੇਤਾ ਦੀ ਟਰਾਲੀ ਆਉਂਦੀ ਸੀ, ਜਿਹੜੀ ਅੱਜ 5000 ਰੁਪਏ ਦੀ ਆਉਂਦੀ ਆ। ਸੋ ਇਹ ਕਿਹਨੇ ਕੀਤੀ ਆ? ਸੋ ਇਹ ਕਿਹਨੇ ਇਹਨਾਂ ਨੂੰ ਲੱਤ ਲਾਈ ਆ ਕਿ ਵੀ ਲਓ ਜੀ ਆਪਣੀ ਮਿੱਟੀ ਵੀ ਤੁਸੀਂ ਵੇਚ ਦਿਓ, ਆਪਣੇ ਦਰਿਆ ਵੀ ਵੇਚ ਦਿਓ। ਔਰ ਜਿੰਨੇ ਵੀ ਲੋਕੀ ਮਾਈਨਿੰਗ ਦੇ ਵਿੱਚ ਇਨਵੋਲਵਡ ਆ ਸਾਰਿਆਂ ਦੇ ਪੋਲੀਟੀਕਲ ਲਿੰਕਸ ਆ। ਸੋ ਇਹ ਬੜੀ ਮੰਦਭਾਗੀ ਗੱਲ ਆ। ਕੈਪਟਨ ਸਾਹਿਬ ਨੇ ਠੀਕ ਹੈ 1100 ਕਰੋੜ ਕਰ ਦਿੱਤਾ, ਕਿਉਂਕਿ ਸਰਕਾਰ ਤਾਂ ਕੈਪਟਨ ਸਾਹਿਬ ਦੀ ਆ। ਕੀ ਕੈਪਟਨ ਸਾਹਿਬ ਨੇ ਉਹਨਾਂ 'ਤੇ ਕੋਈ ਐਕਸ਼ਨ ਲਿਆ? ਨਹੀਂ ਲਿਆ। ਇਸੇ ਕਰਕੇ ਆਮ ਆਦਮੀ ਪਾਰਟੀ ਕਹਿੰਦੀ ਆ ਵੀ ਹੈਂਡ ਇਨ ਗਲਵ ਆ। ਸੋ ਇਹ ਮਿਲਿਓ ਆ। ਸੋ ਅਸੀਂ ਜੋ ਵਾਅਦੇ ਕਰਾਂਗੇ ਅਸੀਂ ਉਹ ਪੂਰੇ ਕਰਾਂਗੇ। ਸੋ ਹੁਣ ਕੈਪਟਨ ਸਾਹਿਬ ਨੇ ਕੀ ਕਿਹਾ, ਪਿੱਛੇ ਜਿਹਾ ਤੁਸੀਂ ਦੇਖਿਆ ਹੋਣਾ ਵੱਡੀਆਂ ਵੱਡੀਆਂ ਹੋਰਡਿੰਗਸ ਲੱਗੀਆਂ ਸੀਗੀਆਂ ਕਿ ਮੈਂ ਆਪਣੇ 80% ਵਾਅਦੇ ਪੂਰੇ ਕਰ ਦਿੱਤੇ ਆ। ਅਸੀਂ ਕਹਿੰਦੇ ਤੁਸੀਂ ਕਹਿਣ ਨੂੰ ਭਾਵੇਂ 100% ਕਹਿ ਦਿਓ ਵੀ ਝੂਠ ਹੀ ਬੋਲਣਾ 80% 'ਤੇ ਵੀ ਤੁਸੀਂ ਝੂਠ ਬੋਲ ਰਹੇ ਆ, ਤੁਸੀਂ 100% 'ਤੇ ਵੀ ਝੂਠ ਬੋਲਣਾ ਆ। ਠੀਕ ਆ। ਹੁਣ ਸਮਾਰਟ ਸਕੂਲ ਦਿਖਾਲੇ ਜਾ ਰਹੇ ਆ, ਉਹ ਕੰਧਾਂ ਰੰਗ ਕਰਕੇ ਸਮਾਰਟ ਸਕੂਲ ਨਹੀਂ ਬਣਦੇ ਹੁੰਦੇ। ਸਮਾਰਟ ਸਕੂਲ ਬਣਦੇ ਹੁੰਦੇ ਆ ਚੰਗੇ ਪੜ੍ਹੇ ਲਿਖੇ ਟੀਚਰਾਂ ਨਾਲ। ਟੀਚਰਾਂ ਨੂੰ ਚੰਗੀ ਪੇ ਦਿਓ, ਟੀਚਰਾਂ ਨੂੰ ਕੁੱਟੋ ਨਾ, ਟੀਚਰਾਂ ਨੂੰ ਟੈਂਕੀਆਂ 'ਤੇ ਚੜ੍ਹਨ ਲਈ ਮਜਬੂਰ ਨਾ ਕਰੋ। ਇਹਨੂੰ ਜਸਟ ਕੰਪੇਅਰ ਤੁਸੀਂ ਦਿੱਲੀ ਦੇ ਨਾਲ ਕਰ ਲਓ ਕਿ ਮੈਂ ਇੱਕ ਹਾਈ ਮਿਡਲ ਕਲਾਸ ਬੰਦਾ ਆ। ਸੋ ਹਰੇਕ ਆਦਮੀ ਨੂੰ ਆਪਾਂ ਨੂੰ ਪੰਜਾਬ ਦੇ ਵਿੱਚ ਕੀ ਚਾਹੀਦਾ ਕਿ ਸਾਡਾ ਸਾਡੀਆਂ ਬੇਸਿਕ ਨੀਡਸ ਦੇ ਵਿੱਚ ਕੀ ਆ ਜਾਂਦਾ ਵੀ ਸਾਨੂੰ ਬਿਜਲੀ 24 ਘੰਟੇ ਮਿਲੇ, ਕਿਉਂਕਿ ਹੁਣ ਇਸ ਤੋਂ ਬਿਨਾਂ ਅਸੀਂ ਰਹਿ ਨਹੀਂ ਸਕਦੇ, ਔਰ ਇੰਨੀ ਮਹਿੰਗੀ ਨਾ ਮਿਲੇ ਕਿ ਵੀ ਅਸੀਂ ਅਫੋਰਡ ਨਾ ਕਰ ਸਕੀਏ। ਦੂਜੀ ਚੀਜ਼ ਸਾਨੂੰ ਕੀ ਚਾਹੀਦੀ ਆ? ਸਾਨੂੰ ਚਾਹੀਦੀ ਆ ਕਿ ਸਾਡੇ ਬੱਚਿਆਂ ਲਈ ਸਸਤੀ ਐਜੂਕੇਸ਼ਨ ਹੋਵੇ। ਅੱਜ ਜਿਹੜਾ ਵੀ ਆਦਮੀ 40 ਸਾਲ ਦੀ ਏਜ ਦਾ ਜਿਹਦੇ 2 ਬੱਚੇ ਇੱਕ ਪ੍ਰਾਈਵੇਟ ਸਕੂਲ ਦੇ ਵਿੱਚ ਪੜ੍ਹਦੇ ਆ, ਇੱਕ ਬੱਚੇ ਦੀ ਫੀਸ 5000 ਰੁਪਈਆ, 2 ਬੱਚਿਆਂ ਦੀ ਫੀਸ 10000 ਰੁਪਈਆ। ਸੋ ਇਹਦਾ ਮਤਲਬ 10000 ਦਾ ਖਰਚਾ ਇਹ ਹੋ ਗਿਆ। 5000 ਦਾ ਖਰਚਾ ਜੇ 2 ਬੈਡਰੂਮ ਦਾ ਘਰ ਆ, 4 ਤੋਂ 5000 ਰੁਪਈਆ
ਬਿਜਲੀ ਦੇ ਬਿੱਲ ਦਾ ਖਰਚਾ ਹੋ ਗਿਆ। ਸੋ ਸਾਡੀ ਸਰਕਾਰ ਜੇ ਆਉਂਦੀ ਆ, ਸੋ ਇਹ ਜਿਹੜੇ ਖਰਚੇ ਆ, ਇਹ ਖਰਚਿਆਂ ਤੇ ਤਾਂ ਸਿੱਧਾ ਹੀ ਨੱਥ ਪੈਣੀ ਆ। ਕੈਪਟਨ ਸਾਹਿਬ ਨੇ ਇਹ ਵੀ ਕਿਹਾ ਸੀਗਾ, ਦੇਖੋ ਓਲਡ ਏਜ ਪੈਨਸ਼ਨ ਦਾ ਵੀ ਵਾਅਦਾ ਕੀਤਾ ਸੀਗਾ, ਹੋਇਆ ਪੂਰਾ? ਉਹੀ 700 600 700 ਰੁਪਈਆ। ਸੰਵਾਦ ਦੇ ਵਿੱਚ ਅਸੀਂ ਜਿਹੜੀਆਂ ਬਜ਼ੁਰਗ ਔਰਤਾਂ ਉਹਨਾਂ ਤੋਂ ਇਹ ਵੀ ਪੁੱਛਦੇ, ਉਹ ਕਹਿੰਦੇ ਕਈ ਵਾਰ 3-3 ਮਹੀਨੇ ਸਾਨੂੰ ਪੈਨਸ਼ਨ ਹੀ ਨਹੀਂ ਮਿਲਦੀ। ਅੱਛਾ, ਹੁਣ ਇਲੈਕਸ਼ਨ ਆ ਗਈ ਆ, ਹੁਣ ਉਹਨਾਂ ਨੇ ਇਹਦੇ 'ਚ ਹਾਈਕ ਅਨਾਊਂਸ ਕਰ ਦਿੱਤੀ ਆ। ਸਾਡੀ ਪਾਰਟੀ ਕਹਿੰਦੀ ਆ ਕਿ ਜਿਹੜਾ ਮੈਨੀਫੈਸਟੋ ਆ, ਮੈਨੀਫੈਸਟੋ ਨੂੰ ਇੱਕ ਲੀਗਲ ਡਾਕੂਮੈਂਟ ਬਣਾ ਦਿਓ। ਜਿਹੜੀ ਪਾਰਟੀ ਇੱਕ ਤੈਅਸ਼ੁਦਾ ਟਾਈਮ ਦੇ ਵਿੱਚ ਆਪਣੇ ਮੈਨੀਫੈਸਟੋ ਦੀਆਂ ਜੋ ਵੀ ਉਹ 'ਚ ਪ੍ਰੋਮਿਸਿਸ ਆ ਉਹ 'ਤੇ ਪੂਰਾ ਨਹੀਂ ਉਤਰਦੀ, ਉਹਦੀ ਮਾਨਤਾ ਰੱਦ ਕਰ ਦਿਓ। ਸੋ ਬਾਕੀ ਪਾਰਟੀਆਂ ਕਿਉਂ ਨਹੀਂ ਇਹਦੇ 'ਚ ਪਹਿਲ ਕਰਦੀਆਂ? ਇਹਨਾਂ ਨੂੰ ਵੀ ਇਹ ਪਹਿਲ ਕਰਨੀ ਚਾਹੀਦੀ ਆ। ਦਿੱਲੀ ਦੀ ਗੱਲ ਕੀਤੀ, ਪਿਛਲੇ ਦਿਨੀ ਸੁਰਖੀਆਂ 'ਚ ਰਿਹਾ ਦਿੱਲੀ ਦੇ ਜਿਹੜੇ ਲੋਕ ਆ ਉਹ ਪਾਣੀ ਲਈ ਤਰਸਦੇ ਰਹੇ। ਦੇਖੋ ਇੱਦਾਂ ਦੇ ਜਿਹੜੇ ਆ ਨਾ ਥੋੜ੍ਹੇ ਜਿਹੇ ਐਪੀਸੋਡਸ ਹੁੰਦੇ ਆ। ਦਿੱਲੀ ਦੇ ਵਿੱਚ ਪ੍ਰੋਬਲਮ ਇਹ ਹੈਗੀ ਹੈ ਕਿ ਦਿੱਲੀ ਇਜ਼ ਨਾਟ ਅ ਫੁੱਲ ਸਟੇਟ। ਪੰਜਾਬ ਵਰਗਾ ਫੁੱਲ ਸਟੇਟ ਦੀਆਂ ਦਿੱਲੀ ਦੇ ਵਿੱਚ ਕੁਛ ਕੰਮ ਜਿਹੜੀ ਆ ਕਾਰਪੋਰੇਸ਼ਨ ਕਰਦੀ ਆ, ਔਰ 3 ਕਾਰਪੋਰੇਸ਼ਨਸ ਆ, ਉਹ ਤਿੰਨੋਂ ਦੀਆਂ ਤਿੰਨੋਂ ਕਾਰਪੋਰੇਸ਼ਨਸ ਆਮ ਆਦਮੀ ਪਾਰਟੀ ਦੇ ਅੰਡਰ ਨਹੀਂ ਹੈਗੀਆਂ। ਸੋ ਇੱਦਾਂ ਲਾ ਲਓ ਕਿ ਜਲੰਧਰ ਮੈਂ ਲਾ ਲੈਣਾ, ਹੁਣ ਤੁਸੀਂ ਦੇਖੋ ਕਿ ਜਲੰਧਰ ਦੇ 4 MLA ਆ, ਜਲੰਧਰ ਦੇ ਵਿੱਚ ਕਾਰਪੋਰੇਸ਼ਨ ਆ, ਉਹ ਵੀ ਕਾਂਗਰਸ ਦੀ ਆ। ਕੀ ਮੀਡੀਆ ਦੇ ਵਿੱਚ ਕੀ ਸਾਡੇ MLA ਜਾ ਕੇ ਕੀ ਕਹਿ ਰਹੇ ਆ? ਕਹਿੰਦੇ ਜੀ ਕਾਰਪੋਰੇਸ਼ਨ 'ਤੇ ਅਫਸਰਸ਼ਾਹੀ ਦਾ ਰਾਜ ਆ। ਕਾਉਂਸਲਰ ਕੀ ਕਹਿ ਰਹੇ ਆ? ਕਾਉਂਸਲਰ ਵੀ ਇਹੀ ਕਹਿ ਰਹੇ ਆ ਵੀ ਸਾਡੀ ਗੱਲ ਮੰਨੀ ਨਹੀਂ ਜਾ ਰਹੀ। ਸੋ ਬਈ ਸਾਨੂੰ ਐਜ਼ ਆ ਓਪੋਜੀਸ਼ਨ ਪਾਰਟੀ ਇਹਨਾਂ ਨੂੰ ਕਹਿਣ ਦੀ ਲੋੜ ਨਹੀਂ ਹੋ। ਲੋਕ ਆਪ ਜਿਹੜੇ ਜਲੰਧਰ ਸ਼ਹਿਰ ਦੇ ਇਸ ਵਾਰੀ ਦੱਸ ਦੇਣਗੇ ਕਿ ਵੀ ਕਾਰਪੋਰੇਸ਼ਨ ਤੋਂ ਉਹ ਕਿੰਨਾ ਕੁ ਦੁਖੀ ਆ। ਸੋ ਦਿੱਲੀ ਦੇ ਵਿੱਚ ਤਾਂ ਦੇਖੋ ਜਦੋਂ 2 ਪਾਰਟੀਆਂ ਇਨਵੋਲਵ ਹੋ ਜਾਣ, ਉਹਨਾਂ ਦੇ ਵਿੱਚ ਥੋੜ੍ਹਾ ਜਿਹਾ ਕਲੈਸ਼ ਹੋ ਜਾਂਦਾ, ਮਤਲਬ ਥਾਪੀ ਲੈਣ ਦਾ ਵੀ ਹੋ ਜਾਂਦਾ ਕਿ ਬਈ ਚੰਗਾ ਕੰਮ ਹੋਵੇ, ਉਹ ਕਹਿੰਦਾ ਅਸੀਂ ਕੀਤਾ, ਉਹ ਕਹਿੰਦਾ ਅਸਾਂ ਕੀਤਾ। ਬਟ ਇਹ ਆ ਕਿ ਸਾਡਾ ਜਿਹੜਾ ਮੇਨ ਮਕਸਦ ਪੰਜਾਬ ਦੇ ਉੱਤੇ ਆਮ ਆਦਮੀ ਪਾਰਟੀ ਇਹੀ ਫੋਕਸ ਕਰ ਰਹੀ ਹੈ ਕਿ ਪੰਜਾਬ ਬਾਕੀ ਕੰਟਰੀ ਨੂੰ ਰਾਹ ਦਿਖਾੜੂਗਾ ਜੇ ਇੱਥੇ ਆਮ ਆਦਮੀ ਪਾਰਟੀ ਜਦੋਂ ਆਉਂਦੀ ਆ। ਔਰ ਸ਼ੁਰੂਆਤ ਇੰਡੀਆ ਦੀ ਪੰਜਾਬ ਤੋਂ ਹੋਣੀ ਆ। ਔਰ ਪੰਜਾਬ ਦੇ ਲੋਕੀ ਜਿਹੜੇ ਮਤਲਬ ਸ਼ੁਰੂ ਤੋਂ ਹੀ ਜਾਣੇ ਜਾਂਦੇ ਫਰੀਡਮ ਸਟਰਗਲ ਦੇ ਟਾਈਮ ਤੋਂ ਵੀ ਉਹ ਬੜੇ ਇਮੋਸ਼ਨਲ ਲੋਕੀ ਆ। ਉਹ ਜ਼ੀਰੋ ਟੋਲਰੈਂਸ ਹੈ ਉਹਨਾਂ ਦੀ, ਮਤਲਬ ਇੱਦਾਂ ਦੀਆਂ ਮਤਲਬ ਜਿਹੜੀਆਂ ਪਾਰਟੀਆਂ ਜੋ ਪ੍ਰੋਮਿਸ ਕਰਦੀਆਂ ਉਹ ਪੂਰਾ ਨਹੀਂ ਕਰਦੀਆਂ। ਆਮ ਆਦਮੀ ਪਾਰਟੀ ਨੇ ਅਗਰ ਡਾਕਟਰ ਸੰਜੀਵ ਕੁਮਾਰ ਨੂੰ ਸੈਂਟਰ ਤੋਂ ਮੌਕਾ ਦਿੱਤਾ ਲੜਨ ਦਾ, ਤਾਂ ਡਾਕਟਰ ਸੰਜੀਵ ਕੁਮਾਰ ਸਭ ਤੋਂ ਪਹਿਲਾਂ ਕਿਹੜਾ ਕੰਮ ਕਰੇਗਾ ਜਿਹਨੂੰ ਦੇਖ ਕੇ ਦੁਨੀਆ ਯਾਦ ਕਰੇਗੀ ਡਾਕਟਰ ਸੰਜੀਵ ਕੁਮਾਰ ਨੇ ਉਹ ਕੰਮ ਕੀਤਾ? ਦੇਖੋ ਜਿਹੜਾ ਜਲੰਧਰ ਸੈਂਟਰਲ ਏਰੀਆ ਨਾ, ਬੜਾ ਅਸੀਂ ਪਹਿਲੋਂ ਗੱਲ ਕਰ ਰਹੇ ਸੀ ਕਿ ਬੜਾ ਪੌਸ਼ ਏਰੀਆ, ਬੜਾ ਵਰਸੇਟਾਈਲ, ਬੜਾ ਵਿਭਿੰਨਤਾ ਹੈਗੀ ਇਹਦੇ 'ਚ। ਇੱਕ ਪਾਸਿਓਂ ਤੁਸੀਂ ਲੈ ਲਓ ਗੁਜਰਾਲ ਨਗਰ, ਸ਼ਹੀਦ ਊਧਮ ਸਿੰਘ ਨਗਰ ਏਰੀਆ ਲੈ ਲਓ, ਵਿਜੇ ਨਗਰ ਏਰੀਆ ਲੈ ਲਓ, ਲਾਜਪਤ ਨਗਰ ਏਰੀਆ ਲੈ ਲਓ, ਬੜਾ ਪੌਸ਼ ਏਰੀਆ, ਇੱਕ ਕਨਾਲ ਦੀ ਕੋਠੀ, 2-2 ਮੈਂਬਰ। ਇੱਕ ਪਾਸੇ ਤੁਸੀਂ ਰਾਮਾ ਮੰਡੀ ਦੇ ਪਿੰਡ ਲੈ ਲਓ, ਇੱਕ ਪਾਸੇ ਤੁਸੀਂ ਲੈ ਲਓ ਏਕਤਾ ਨਗਰ, ਸੰਤੋਸ਼ੀ ਨਗਰ, ਕਾਜੀ ਮੱਲਾ, ਅਜੀਤ ਨਗਰ, ਅਮਰੀਕ ਨਗਰ। ਸੋ ਇਹ ਤਿੰਨੋਂ ਤਰ੍ਹਾਂ ਦੇ ਹਲਕਿਆਂ ਦੀਆਂ ਜਿਹੜੀਆਂ ਲੋੜਾਂ ਆ ਉਹ ਬਹੁਤ ਵੱਖਰੀਆਂ ਨੇ। ਅੱਜ ਦੀ ਤਰੀਕ ਦੇ ਵਿੱਚ ਜੇ ਰਾਮਾ ਮੰਡੀ ਦੇ ਵਿੱਚੋਂ ਕਿਸੇ ਆਉਂਦੇ ਨੇ ਆਣ ਕੇ ਸਰਕਾਰੀ ਹਸਪੀਟਲ ਦੇ ਵਿੱਚ ਆਣ ਕੇ ਟਰੀਟਮੈਂਟ ਲੈਣਾ, ਇਹਦਾ ਮਤਲਬ ਉਹਦੀ ਪੂਰੀ ਦੀ ਪੂਰੀ ਦਿਹਾੜੀ ਜਿਹੜੀ ਆ ਜਾਊਗੀ। ਸੋ ਇੱਕ ਤਾਂ ਜਿੱਦਾਂ ਦਿੱਲੀ ਦੇ ਵਿੱਚ ਹੁੰਦਾ ਆ ਕਿ ਬਈ ਹੈਲਥ ਸੈਂਟਰਸ ਜਿਹੜੇ ਸਾਡੇ ਮੁਹੱਲਾ ਕਲੀਨਿਕਸ ਆ, ਇਹ ਡੈਫੀਨੇਟਲੀ ਇਹਨਾਂ ਨੂੰ ਅਸੀਂ ਹੋਰ ਡਿਵੈਲਪ ਕਰਾਂਗੇ। ਦੂਜਾ ਜਿਹੜੀ ਐਜੂਕੇਸ਼ਨ ਦਾ ਜਿਹੜਾ ਮਿਆਰ ਆ, ਐਜੂਕੇਸ਼ਨ ਮੈਂ ਜਿੱਦਾਂ ਪਹਿਲੋਂ ਕਿਹਾ ਬਈ ਕੰਧਾਂ ਦੇ ਰੰਗ ਦੇ ਨਾਲ ਨਹੀਂ ਸਮਾਰਟ ਸਕੂਲ ਬਣਦੇ, ਇਹਨੂੰ ਰਿਐਲਿਟੀ ਸਮਾਰਟ ਸਕੂਲ ਬਣਨਗੇ। ਪੰਜਾਬ ਦੇ 'ਚ ਪੜ੍ਹੇ ਲਿਖੇ B.Ed ਬੰਦਿਆਂ ਦੀ ਕੋਈ ਘਾਟ ਨਹੀਂ ਹੋ। ਇਹਨਾਂ ਨੂੰ ਅੱਛੀ ਟ੍ਰੇਨਿੰਗ ਜਿੱਦਾਂ ਦਿੱਲੀ ਦੇ ਵਿੱਚ ਦਿੱਤੀ ਜਾਂਦੀ ਆ, ਅੱਛੀ ਟ੍ਰੇਨਿੰਗ ਦਿੱਤੀ ਜਾਊਗੀ। ਔਰ ਇੱਦਾਂ ਦੇ ਸਮਾਰਟ ਸਕੂਲਸ, ਰੀਅਲ ਸਮਾਰਟ ਸਕੂਲਸ ਦਿੱਲੀ ਦੀ ਤਰ੍ਹਾਂ। ਮੇਰਾ ਇਹ ਕੁਐਸਚਨ ਹੈ, ਅਗਰ ਆਮ ਆਦਮੀ ਪਾਰਟੀ ਨੇ ਤੁਹਾਨੂੰ ਮੌਕਾ ਦਿੱਤਾ ਤਾਂ ਡਾਕਟਰ ਸੰਜੀਵ ਕੁਮਾਰ ਕਿਹੜਾ ਸਭ ਤੋਂ ਪਹਿਲਾਂ ਕੰਮ ਕਰਨਗੇ ਜਿਹਨੂੰ ਦੇਖ ਕੇ ਦੁਨੀਆ ਯਾਦ ਕਰੇਗੀ ਡਾਕਟਰ ਸੰਜੀਵ ਕੁਮਾਰ ਨੂੰ ਆਮ ਆਦਮੀ ਪਾਰਟੀ ਨੇ ਮੌਕਾ ਦਿੱਤਾ ਹੀ, ਔਰ ਆਮ ਆਦਮੀ ਪਾਰਟੀ ਦੇ ਡਾਕਟਰ ਸੰਜੀਵ ਕੁਮਾਰ ਨੇ ਇਹ ਕੰਮ ਕਰਕੇ ਦਿਖਾਇਆ? ਸਾਰੀਆਂ ਜਿਹੜੀਆਂ ਪਾਰਟੀਆਂ ਜਿੰਨੀਆਂ ਵੀ ਰੂਲ ਕਰਦੀਆਂ, ਉਹ ਜਿੰਨੇ ਕੰਮ ਵੀ ਆ ਉਹ ਅਖੀਰਲੇ 6 ਮਹੀਨੇ ਵਾਲੇ ਰੱਖ ਲੈਂਦੀਆਂ। ਸੋ ਹੁਣ ਮੈਂ ਰਾਮਾ ਮੰਡੀ ਦੇ ਏਰੀਏ 'ਚ ਜਾਣਾ, ਮੈਂ ਮੁਹੱਲਿਆਂ ਦੇ ਵਿੱਚ ਜਾਣਾ, ਸੜਕਾਂ ਪੱਟ ਹੋਈਆਂ ਆ। ਸੋ ਬੇਸਿਕਲੀ ਤਾਂ ਇਹ ਕੰਮ ਜਿਹੜਾ ਆ, ਜੇ ਜੋ ਵਾਅਦਾ ਮੈਂ ਉਹਨਾਂ ਨਾਲ ਕਰਾਂਗਾ, ਸੋ ਸਾਫ ਸਫਾਈ, ਬੇਸਿਕ ਇਨਫਰਾਸਟਰਕਚਰ, ਚੁਗਿੱਟੀ ਦੇ ਆਊਟਸਕਰਟਸ ਦੇ ਉੱਤੇ ਇੱਕ ਡੰਪ ਬਣਿਆ ਆ। ਸੋ ਜਗ੍ਹਾ ਜਗ੍ਹਾ ਇੱਕ ਲਾਡੋ ਵਾਲੀ ਰੋਡ ਦੇ ਉੱਤੇ ਡੰਪ ਬਣਿਆ ਆ। ਸੋ ਇਹਦੀ ਜਿਹੜੀ ਆ ਮੈਨੇਜਮੈਂਟ ਬਹੁਤ ਜ਼ਰੂਰੀ ਆ ਕਿ ਇੱਕ ਮੈਂ ਸਾਫ ਸੁਥਰਾ ਜਿਹੜਾ ਮਾਹੌਲ ਜਿਹੜਾ
ਜਲੰਧਰ ਸੈਂਟਰਲ ਦਿਆਂ ਨੂੰ ਨਹੀਂ, ਕਿਉਂਕਿ ਇੰਟਰਲਿੰਕਡ ਅਸੀਂ ਹੈਗੇ ਆ। ਸਾਡਾ ਜਿੱਦਾਂ ਹੁਣ ਅਜੀਤ ਨਗਰ ਉੱਧਰ ਪੈ ਜਾਂਦਾ ਆ, ਦਮੂਰੀਆ ਪੁਲ ਟੱਪ ਕੇ ਪੈ ਜਾਂਦਾ, ਉਹ ਥੋੜ੍ਹਾ ਨਾਰਥ ਵਰਗਾ ਹਿੱਸਾ ਆ। ਸੋ ਬੇਸਿਕ ਇਨਫਰਾਸਟਰਕਚਰ ਵਧੀਆ ਦੇਵਾਂਗੇ, ਸਿਹਤ ਸੁਵਿਧਾਵਾਂ ਦਾ ਖਿਆਲ ਰੱਖਿਆ ਜਾਊਗਾ, ਇੱਕ ਪ੍ਰੋਪਰ ਕੋਆਰਡੀਨੇਸ਼ਨ, ਕਿਉਂਕਿ ਜਿਹੜਾ ਬੇਸਿਕ ਜਿਹੜਾ ਕੰਮ ਆ ਉਹ ਤੁਹਾਡਾ ਕਾਰਪੋਰੇਸ਼ਨ ਦੇ ਥਰੂ ਹੋਣਾ, ਉਹਨੂੰ ਚੰਗੀ ਅਹਿਮੀਅਤ ਦਿੱਤੀ ਜਾਊਗੀ। ਦੇਖੋ ਪੜ੍ਹੇ ਲਿਖੇ ਹੋਣ ਦਾ ਇੰਨਾ ਕੁ ਤਾਂ ਫਾਇਦਾ ਹੀ ਆ ਕਿ ਬਈ ਤੁਸੀਂ ਆਪਣੇ ਕੰਮ ਪੋਲੀਟੀਕਲੀ ਕਢਾ ਲਓ। ਕਿੰਨੇ ਸ਼ਰੂਡਲੀ ਤੁਸੀਂ ਕਢਾਉਣੇ ਆ, ਤੁਸੀਂ ਜੇ ਅਫਸਰ ਨੇ ਕਰਨੇ ਆ ਤੁਸੀਂ ਕਢਾ ਸਕਦੇ ਆ, ਇਟ ਡਿਪੈਂਡਸ ਅਪੋਨ ਯੂ। ਇਹ ਤਾਂ ਇਟਸ ਅ ਮੈਨੇਜਮੈਂਟ ਸਕਿੱਲ। ਸੋ ਮੈਂ ਇਹ ਫੀਲ ਕਰਦਾ ਕਿ ਵੀ ਜਿਹੜਾ ਮੈਂ ਹੁਣ 30 ਸਾਲ ਤੋਂ ਜਿਹੜਾ ਇਸ ਪ੍ਰੋਫੈਸ਼ਨ ਦੇ ਵਿੱਚ ਆ, ਜਿਹੜਾ ਲੋਕਾਂ ਦੇ ਨਾਲ ਜੁੜਿਆ, ਪਬਲਿਕ ਰਿਲੇਸ਼ਨਸ ਵਾਲਾ ਮੇਰਾ ਇਹ ਹੈਗਾ। ਸੋ ਇਹਨੇ ਮੈਨੂੰ ਇੰਨੇ ਕੁ ਸਕਿੱਲਸ ਦੇਤੇ, ਔਰ ਬਾਕੀ ਮੈਂ ਇੱਕ ਫੈਮਿਲੀ ਦੇ ਵਿੱਚੋਂ ਪੋਲੀਟਿਕਸ ਦੀ ਜਿਹੜੀ ਗੁੜਤੀ ਲੈ ਕੇ ਆਇਆ 4-5 ਸਾਲ ਦੀ ਏਜ ਤੋਂ। ਮੈਂ ਦੇਖਦਾ ਹੁੰਦਾ ਸੀ ਆਪਣੇ ਪੇਰੈਂਟਸ ਨੂੰ, ਆਪਣੀ ਫੈਮਿਲੀ ਨੂੰ, ਆਪਣੇ ਗ੍ਰੈਂਡ ਪੇਰੈਂਟਸ ਨੂੰ। ਸੋ ਮੈਨੂੰ ਪਤਾ ਕਿ ਮੈਂ ਹੁਣ ਵੀ ਭਾਵੇਂ ਅਸੀਂ ਆਪੋਜੀਸ਼ਨ 'ਚ ਆ, ਭਾਵੇਂ MLA ਨਹੀਂ ਹੈਗਾ, ਬਟ ਹਜੇ ਵੀ ਜਿਹੜੇ 70 to 80% ਕੰਮ ਮੈਂ ਹਜੇ ਵੀ ਆਪਣੇ ਲੋਕਾਂ ਦੇ ਕਰਾ ਲੈਂਦਾ। ਔਰ ਮੈਂ ਬਹੁਤ ਧੰਨਵਾਦੀ ਹਾਂ ਉਹ ਜਿਹੜੇ ਇੱਥੇ ਅਫਸਰ, ਉਹ ਜਿਹੜੇ ਕਾਰਪੋਰੇਸ਼ਨ 'ਚ ਆ, ਜਿਹੜੇ ਐਡਮਿਨਿਸਟ੍ਰੇਸ਼ਨ 'ਚ ਆ, ਕਿਉਂਕਿ ਅਸੀਂ ਗਲਤ ਆਦਮੀ ਤਾਂ ਗਲਤ ਕੰਮ ਦੀ ਸਿਫਾਰਿਸ਼ ਕਦੀ ਨਹੀਂ ਆਮ ਆਦਮੀ ਨੇ ਕਰਨੀ। ਸੋ ਜਿਹੜਾ ਸਹੀ ਕੰਮ ਆ ਉਹ ਸਾਡਾ ਅਫਸਰ ਕਰੀ ਜਾਂਦੇ ਆ, ਤਾਂ ਅਸੀਂ ਚਾਹਾਂਗੇ ਵੀ ਲੋਕਾਂ ਨੂੰ ਕੋਈ ਮੁਸ਼ਕਿਲ ਨਾ ਆਵੇ। ਔਰ ਸਾਡਾ ਦਿੱਲੀ ਦੇ ਵਿੱਚ ਇੱਕ ਹੋਰ ਚੀਜ਼ ਹੈਗੀ ਆ ਕਿ ਦੇਖੋ ਜਿਹੜੇ ਏਰੀਏ ਦੇ ਵਿੱਚ ਵੀ MLA ਦਾ ਆਫਿਸ ਹੈਗਾ, ਇੱਕ ਪੱਕਾ ਸਪੌਟ ਆ। ਇਹ ਨਹੀਂ ਕਿ ਅੱਜ ਆਹ MLA ਆ ਉਹਦੇ ਘਰ ਦੇ ਵਿੱਚ ਆਫਿਸ ਆ, ਕੱਲ੍ਹ ਨੂੰ ਦੂਜੀ ਪਾਰਟੀ ਦਾ ਉਹਦੇ ਘਰ ਦੇ ਵਿੱਚ ਪੱਕੇ ਆਫਿਸ ਹੈਗੇ ਆ, ਤਾਂ ਕਿ ਲੋਕਾਂ ਨੂੰ ਬਹੁਤ ਦੂਰ ਜਾਣ ਦੀ ਪ੍ਰੋਬਲਮ ਨਾ ਹੋਵੇ। ਦੂਜੀ ਚੀਜ਼ ਇਹ ਆ ਕਿ 9:30 ਵਜੇ ਤੋਂ ਲੱਗ ਕੇ 5:30 ਵਜੇ ਤੱਕ ਹਰੇਕ MLA ਨੇ ਆਫਿਸ 'ਚ ਬਹਿਣਾ। ਇੱਕ ਕਲੋਜ਼ ਸਰਕਟ ਕੈਮਰਾ ਦੇ ਨਾਲ ਉਹ ਮੋਨੀਟਰ ਹੁੰਦੇ ਆ ਸੈਕਟਰੀਏਟ ਦੇ ਵਿੱਚੋਂ। ਜੇ ਕੋਈ MLA 2-4-5 ਘੰਟੇ ਲਈ ਕਿਤੇ ਨਹੀਂ ਵੀ ਹੁੰਦਾ, ਤਾਂ ਸੈਕਟਰੀਏਟ ਦੇ ਵਿੱਚ ਕੇਜਰੀਵਾਲ ਸਾਹਿਬ ਇੰਨਾ ਕੁ ਐਡਮਿਨਿਸਟ੍ਰੇਟਿਵ ਸਕਿੱਲ ਰੱਖਦੇ ਆ, ਉਹ ਪੁੱਛਦੇ ਆ ਕਿ ਵੀ ਲੋਕ ਤੁਹਾਨੂੰ ਮਿਲਣ ਆ ਰਹੇ ਆ, ਵੀ ਇਹ ਕੀ ਪ੍ਰੋਬਲਮ ਕੀ ਹੋ ਰਹੀ ਆ। ਬਾਕੀ ਜਿਹੜਾ ਸਟੇਟ ਲੈਵਲ ਦੇ ਉੱਤੇ ਜਿਹੜਾ ਅਸੀਂ ਉੱਥੇ 24-25 ਤਰ੍ਹਾਂ ਦੀਆਂ ਸਰਵਿਸਿਜ਼ ਘਰ ਕੀਤੀਆਂ ਆ। ਹੁਣ ਇੱਥੇ ਅੱਜ ਦੀ ਤਰੀਕ ਦੇ ਵਿੱਚ ਜੇ ਤੁਸੀਂ ਲਾਇਸੈਂਸ ਬਣਾਉਣਾ ਹੋਵੇ ਜਾਂ ਕੋਈ ਵੀ ਸਰਕਾਰੀ ਕੰਮ ਕਰਾਉਣਾ ਹੋਵੇ ਤਾਂ ਤੁਹਾਡੀ ਪੂਰੀ ਦਿਹਾੜੀ ਖਰਾਬ ਹੁੰਦੀ ਆ। ਸੋ ਹਰੇਕ ਇੱਕ ਆਮ ਆਦਮੀ ਦੀ ਦਿਹਾੜੀ 500 ਰੁਪਏ ਦੀ ਆ, ਉਹਨੇ ਉਹੀ 500 ਰੁਪਈਆ ਕਮਾਉਣਾ, ਉਹਦੀ ਹੀ ਰੋਟੀ ਖਾਣੀ ਆ। ਜੇ ਉਹਨੂੰ ਲਾਇਸੈਂਸ ਬਣਾਉਣ ਲਈ ਧੱਕੇ ਖਾਣੇ ਪੈਣ, ਉੱਥੇ ਤੁਹਾਨੂੰ ਪਤਾ ਵੀ ਪਿਛਲੇ ਦਿਨ ਹੀ ਦੇਖੋ RTO ਆਫਿਸ ਖੋਲ੍ਹ ਕੇ ਉਹਨੂੰ ਜਿੰਦਾ ਲਾਤਾ ਵੀ ਇਹ ਜਿਹੜੀਆਂ ਸਰਵਿਸਿਜ਼ ਆ। ਹੁਣ ਸਾਡੇ ਦੇਖੋ ਸੈਂਟਰ ਗੌਰਮੈਂਟ ਦੀ ਸਕੀਮ ਜਿਹੜਾ ਸਾਡਾ ਅਸੀਂ ਬਣਾਉਂਦੇ ਆ, ਪਾਸਪੋਰਟ ਬਣਾਉਂਦੇ, ਉਹਦੀ ਕਿੰਨੀ ਅੱਛੀ ਜਿਹੜੀ ਉਹਦਾ ਹੈਗਾ ਆ, ਕਿਉਂਕਿ ਇਟਸ ਪ੍ਰਾਈਵੇਟਾਈਜ਼ਡ ਇੱਕ ਕੰਪਨੀ ਆ। ਤੁਹਾਨੂੰ ਟਾਈਮ ਮਿਲਦਾ, ਔਰ ਤੁਹਾਡੀ ਵੈਰੀਫਿਕੇਸ਼ਨ ਲਈ ਅਗਲਾ ਲੈਪਟਾਪ ਲੈ ਕੇ ਆਉਂਦਾ, ਤੁਹਾਡੀ ਫੋਟੋ ਖਿੱਚਦਾ। ਡਾਕਟਰ ਸੰਜੀਵ ਕੁਮਾਰ ਨੇ ਕਿਹਾ ਕਿ ਮੈਂ ਕਾਰਪੋਰੇਸ਼ਨ ਤੋਂ ਜਾ ਕੇ ਲੋਕਾਂ ਦੀਆਂ ਜਿਹੜੀਆਂ ਮੁਸ਼ਕਿਲਾਂ ਉਹ ਦੂਰ ਕਰ ਦਿੰਦਾ, ਮਗਰ ਜਿਹੜੇ ਮੌਜੂਦਾ ਕਾਉਂਸਲਰ ਹੈਗੇ ਉਹ ਤਾਂ ਕਹਿੰਦੇ ਕਾਰਪੋਰੇਸ਼ਨ ਸਾਡੇ ਕੰਮ ਹੀ ਨਹੀਂ ਹੁੰਦੇ, ਫਿਰ ਡਾਕਟਰ ਸੰਜੀਵ ਕੁਮਾਰ ਕਿੱਦਾਂ ਕਰਾ ਲੈਂਦਾ? ਜੇ ਡਾਕਟਰ ਸੰਜੀਵ ਸ਼ਰਮਾ ਦੇ ਹੁਣ ਹੋ ਸਕਦੇ ਤਾਂ ਫਿਰ ਕਿਉਂ ਨਹੀਂ ਹੋਊਗੇ? ਮੈਂ ਤਾਂ ਹੁਣ ਵੀ ਕਰਾਈ ਜਾਂਦਾ ਬਈ। ਅਸੀਂ ਤਾਂ ਦੇਖੋ ਬੇਨਤੀ ਕਰਨੀ ਹੁੰਦੀ ਆ। ਸੋ ਇਹ ਤੁਹਾਡੇ ਪਰਸਨਲ ਤੁਹਾਡੀ ਰੈਪੋ ਹੁੰਦੀ ਆ। ਸੋ ਮੈਂ 30 ਸਾਲ ਤੋਂ ਇੱਥੇ ਪ੍ਰੈਕਟਿਸ ਕਰਦਾ, ਮੇਰੀ ਹਰੇਕ ਡਿਪਾਰਟਮੈਂਟ ਦੇ ਵਿੱਚ ਇੰਨੀ ਕੁ ਪਰਸਨਲ ਰੈਪੋ ਬਣੀ ਹੋਈ ਆ ਕਿ ਮੈਨੂੰ ਅੱਜ ਤੱਕ ਕਦੀ ਕਿਸੇ ਨੇ ਰਿਫਿਊਜ਼ ਨਹੀਂ ਕੀਤਾ, ਭਾਵੇਂ ਉਹ ਕਮਲ ਵਿਹਾਰ ਦੇ ਵਿੱਚ ਗੰਦੇ ਪਾਣੀ ਦਾ ਮੁੱਦਾ ਹੋਵੇ, ਠੀਕ ਹੈ ਨਾ। ਹਾਂ, ਕੁਛ ਚੀਜ਼ਾਂ 'ਚ ਹਜੇ ਤੱਕ ਲਿਮਿਟੇਸ਼ਨ ਹੈਗੀ, ਬਿਕੋਜ਼ ਉਹ ਸਾਡੇ ਕੋਲ ਉਹ ਅਥਾਰਟੀ ਨਹੀਂ ਹੈਗੀ। ਬਟ ਡੈਫੀਨੇਟਲੀ ਉਹ ਜਦੋਂ ਇੱਕ ਤੁਹਾਡੇ ਕੋਲ ਲੈਜਿਸਲੇਟਿਵ ਅਥਾਰਟੀ ਆਉਂਦੀ ਆ ਤਾਂ ਫਿਰ ਗੱਲ ਹੋਰ ਹੋ ਜਾਂਦੀ ਆ। ਬਟ ਮੈਨੂੰ ਲੱਗਦਾ ਨਹੀਂ ਕਿ ਵੀ ਆਮ ਆਦਮੀ ਪਾਰਟੀ ਦੇ ਵਿੱਚ ਚੁਣ ਕੇ ਮੈਨੂੰ ਕੰਮ ਕਰਾਉਣ ਦੇ ਵਿੱਚ ਪ੍ਰੋਬਲਮ ਹੋਣੀ ਚਾਹੀਦੀ ਆ। ਬਿਕੋਜ਼ ਦੇਖੋ ਗੱਲ ਇਹ ਆ ਕਿ ਮੈਂ ਅਗਰ ਸਰਕਾਰੀ ਨੌਕਰੀ 'ਚ ਹੁੰਦਾ ਤਾਂ ਮੈਂ ਹੁਣ ਨੂੰ ਰਿਟਾਇਰ ਹੋ ਜਾਣਾ ਸੀਗਾ। ਸੋ ਮੈਂ ਬੱਚੇ ਸੈਟਲਡ ਆ, ਪ੍ਰੋਫੈਸ਼ਨਲ ਆ, ਡਾਕਟਰ ਆ, ਕੰਮ ਠੀਕ ਆ। ਸੋ ਇਹ ਜਿਹੜੀ ਦੂਜੀ ਇਨਿੰਗਸ ਮੈਂ ਸਟਾਰਟ ਕਰਨੀ ਚਾਹੁੰਦਾ ਆ ਪੋਲੀਟਿਕਸ ਵਾਲੀ, ਇਹ ਮੈਂ ਬਿਲਕੁਲ ਲੋਕਾਂ ਦੇ ਲੇਖੇ ਲਾਉਣੀ ਚਾਹੁੰਦਾ ਆ। ਔਰ ਜੇ ਤੁਸੀਂ ਆਪਣੇ ਪਰਸਨਲ ਗੇਨਸ ਨੂੰ ਭੁੱਲ ਜਾਓ, ਕਿਉਂਕਿ ਮੈਂ ਕੋਈ ਆਪਣਾ ਨਵਾਂ ਪੈਟਰੋਲ ਪੰਪ ਨਹੀਂ ਖਰੀਦਣਾ, ਮੈਂ ਕੋਈ ਨਵੀਂ ਜ਼ਮੀਨ ਨਹੀਂ ਖਰੀਦਣੀ, ਮੈਂ ਕੋਈ ਨਵਾਂ ਘਰ ਨਹੀਂ ਲੈਣਾ, ਮੈਂ ਕੋਈ ਨਵੇਂ ਪਲਾਟ ਨਹੀਂ ਲੈਣੇ। ਮੈਂ ਜਿਹੜਾ ਮੇਰੀ ਰਿਮੇਨਿੰਗ ਜਿਹੜੀ ਮੇਰੀ ਲਾਈਫ ਆ, ਉਹ ਜੋ ਕੰਮ ਸਾਡਾ ਕਰਨਾ, ਬੱਚੇ ਸਾਡੇ ਸੈਟਲਡ ਆ, ਬੱਚੇ ਆਪਣੇ ਆਪ ਹੀ ਕਰਨਗੇ। ਰੈਪੋ ਦੀ ਗੱਲ ਕੀਤੀ ਤੁਸੀਂ ਕਿ ਡਾਕਟਰ ਸੰਜੀਵ ਕੁਮਾਰ ਦੀ ਇੰਨੀ ਕੁ ਰੈਪੋ ਹੈਗੀ ਹੈ ਕਿ ਉਹ ਆਪਣੇ ਕੰਮ ਕਰਾ ਲੈਂਦੇ, ਮਗਰ ਜਿਹੜੇ ਮੌਜੂਦਾ ਵਿਧਾਇਕ ਹੈਗੇ, ਮੌਜੂਦਾ ਕੌਂਸਲਰ ਹੈ, ਕਿਆ ਉਹਨਾਂ ਦੀ ਰੈਪੋ ਹੈ ਨਹੀਂ ਜਿਹੜੇ ਉਹ ਆਪਣੇ ਕੰਮ ਨਹੀਂ ਕਰਾ ਰਹੇ? ਦੇਖੋ ਕਿਤੇ ਨਾ ਕਿਤੇ ਕਮਿਊਨੀਕੇਸ਼ਨ ਗੈਪ
ਹੈ। ਤੁਸੀਂ ਦੇਖੋ ਹੁਣ ਤੁਸੀਂ ਸੂਰਿਆ ਐਨਕਲੇਵ ਗੁਰੂ ਗੋਬਿੰਦ ਸਿੰਘ ਐਵੀਨਿਊ ਏਰੀਆ ਆ, ਪਿਛਲੇ ਦਿਨੀ ਅਸੀਂ ਨਾ ਇੱਥੇ ਅਸੀਂ ਦੇਖਿਆ ਕਿ ਤੁਸੀਂ ਦੇਖਿਆ ਹੋਣਾ ਕਿ ਸੀਵਰੇਜ ਸਪਿਲ ਓਵਰ ਕਰ ਰਿਹਾ। ਉਹ ਪਤਾ ਨਹੀਂ ਉੱਥੇ ਕਿੰਨੀਆਂ ਕੁ ਮੀਡੀਆ ਹਾਊਸਿਸ ਨੇ ਉਹਨਾਂ 'ਤੇ ਜਾ ਕੇ ਵੱਡੀਆਂ ਵੱਡੀਆਂ ਸਟੋਰੀਜ਼ ਕਰ ਦਿੱਤੀਆਂ। ਅਸੀਂ ਇਹ ਸੋਚਿਆ ਕਿ ਯਾਰ ਜੇ ਇਹ ਗੱਲ ਸਾਰੀਆਂ ਪਾਰਟੀਆਂ ਇੱਥੇ ਫੇਲ ਹੋ ਗਈਆਂ ਔਰ ਇਹ ਪੌਸ਼ ਏਰੀਏ ਦੇ ਵਿੱਚ ਲੋਕੀ ਆ, ਜੇ ਇਹ ਲੋਕੀ ਫੇਲ ਹੋ ਗਏ ਆ ਉਹ ਪਾਣੀ ਦਾ ਸਪਿਲ ਓਵਰ ਕੰਟਰੋਲ ਕਰਨ, ਲੋਕੀ ਫੇਲ ਹੋ ਗਏ ਜਾਂ ਐਮਐਲਏ ਫੇਲ, ਲੋਕੀ ਫੇਲ ਹੋ ਗਏ, ਐਮਐਲਏ ਫੇਲ ਹੋ ਗਏ ਜਾਂ ਉੱਥੇ ਦੇ ਕਾਉਂਸਲਰ ਫੇਲ ਹੋ ਗਏ? ਦੇਖੋ ਲੋਕੀ ਫੇਲ ਹੋ ਗਏ। ਲੋਕੀ ਫੇਲ ਮੈਂ ਇਸ ਕਰਕੇ ਕਹਿੰਦਾ ਵੀ ਲੋਕੀ ਗੱਲ ਨੂੰ ਸਾਫਾ ਨਹੀਂ ਪਾਉਂਦੇ ਜਿਨ੍ਹਾਂ ਨੂੰ ਵੋਟਾਂ ਪਾਈਆਂ। ਕਾਉਂਸਲਰ ਫੇਲ ਹੋ ਗਏ, ਐਮਐਲਏ ਫੇਲ ਹੋ ਗਏ, ਮੈਂਬਰ ਪਾਰਲੀਮੈਂਟ ਫੇਲ ਹੋਇਆ। ਅਸੀਂ ਸਾਡੇ ਮਨ ਦੇ ਵਿੱਚ ਕੀ ਆਇਆ ਕਿ ਅਸੀਂ ਪਲਾਂਟੇਸ਼ਨ ਕਰੀਏ। ਤੁਹਾਨੂੰ ਪਤਾ ਟਰੀ ਪਲਾਂਟੇਸ਼ਨ ਇੱਕ ਵੰਡਰਫੁਲ ਨੋਵਲ ਤਰੀਕਾ ਆ ਆਪਣੇ ਜਿਹੜਾ ਐਨਵਾਇਰਨਮੈਂਟ ਇਹਨੂੰ ਸਾਫ਼ ਸੁਥਰਾ ਰੱਖਣ ਲਈ। ਅਸੀਂ ਉਹ ਜਿੰਨੀਆਂ ਵੀ ਖਾਲੀ ਸੜਕਾਂ ਸੀ ਉਸ ਏਰੀਏ 'ਚ ਅਸੀਂ 15 ਅਗਸਤ ਨੂੰ ਉੱਥੇ ਪਲਾਂਟੇਸ਼ਨ ਕੀਤੀ। ਸਾਡੇ ਨਾਲ 50 ਯੰਗ ਮੁੰਡੇ ਸੀਗੇ। ਮਕਸਦ ਲੋਕਾਂ ਨੂੰ ਅਵੇਅਰ ਕਰਨਾ, ਔਰ ਸਾਨੂੰ ਬਹੁਤ ਚੰਗਾ ਲੱਗਦਾ ਕਿ ਜੇ ਉਸ ਏਰੀਏ ਦੇ ਲੋਕੀ ਵੀ ਪਾਰਟੀਸਪੇਟ ਕਰਦੇ। ਤੁਸੀਂ ਕਿਸੇ ਏਰੀਏ ਦੇ ਲੋਕਾਂ ਦੀ ਆਵਾਜ਼ ਉਠਾ ਸਕਦੇ ਆ, ਪਰ ਜੇ ਉੱਥੇ ਦੇ ਲੋਕਾਂ ਦਾ ਵੀ ਸਾਥ ਮਿਲੇ ਤਾਂ ਫਿਰ ਤਾਂ ਸੋਨੇ 'ਤੇ ਸੁਹਾਗੇ ਵਾਲੀ ਗੱਲ ਹੋ ਜਾਂਦੀ ਹੈ। ਇੱਕ ਹੋਰ ਏਰੀਆ ਸੀ ਉਹ ਏਕਤਾ ਨਗਰ ਕੋਲ ਅੰਡਰ ਬ੍ਰਿਜ ਤੁਸੀਂ ਦੇਖਿਆ ਹੋਣਾ ਬਣਿਆ, ਉੱਥੇ ਬੜਾ ਗਾਰਬੇਜ ਸੀ। ਇੱਕ ਦਿਨ ਅਸੀਂ ਲੰਘ ਰਹੇ ਸੀ ਤਾਂ ਮੈਂ ਕਿਹਾ ਵੀ ਇੱਥੇ ਆਪਾਂ ਪਲਾਂਟੇਸ਼ਨ ਕਰਨੀ ਆ, ਤਾਂ ਉੱਥੇ ਵੀ ਕੁਛ ਰੂਲਿੰਗ ਪਾਰਟੀ ਦੇ ਲੋਕਾਂ ਨੂੰ ਓਬਜੈਕਸ਼ਨ ਹੋਈ ਵੀ ਤੁਸੀਂ ਪਲਾਂਟੇਸ਼ਨ ਕਿਉਂ ਕਰ ਰਹੇ ਆ। ਅਸੀਂ ਕਿਹਾ ਵੀ ਸਾਨੂੰ ਜਿੱਥੇ ਵੀ ਸਰਕਾਰੀ ਬੈਰਨ ਲੈਂਡ ਲੱਗੂਗੀ ਸਾਨੂੰ ਕਿਸੇ ਦੀ ਪਰਮਿਸ਼ਨ ਲੈਣ ਦੀ ਲੋੜ ਨਹੀਂ। ਇਹ ਮੈਂ ਪਿਛਲੇ 30 ਸਾਲ ਤੋਂ ਕਰਦਾ ਆ ਰਿਹਾ। ਯੂਨਾਈਟਿਡ ਨੇਸ਼ਨਸ ਇਨਵਾਇਰਨਮੈਂਟ ਪ੍ਰੋਗਰਾਮ ਹੈ ਕਿ ਜਿਹਦੇ 'ਚ ਇੱਕ ਵਾਰੀ 40 ਬਿਲੀਅਨ ਟਰੀਜ਼ ਲਾਉਣੇ ਸੀਗੇ ਇੱਕ ਸਾਲ ਦੇ ਵਿੱਚ, ਅਸੀਂ ਤਾਂ ਉਹਦਾ ਪਾਰਟ ਵੀ ਰਹੇ ਸੀਗੇ। ਤਾਂ ਜੇ ਹੁਣ ਇਹ ਸਾਨੂੰ ਜਲੰਧਰ ਸੈਂਟਰਲ ਦੀ ਦੇਖਭਾਲ ਕਰਨੀ ਪਊਗੀ ਤਾਂ ਉਹ ਨਹੀਂ ਕਰਾਂਗੇ। ਮੇਰਾ ਪਿੰਡ, ਮੇਰਾ ਫਾਰਮ ਨੂੰ ਜਿਹੜੀ ਸੜਕ ਜਾਂਦੀ ਆ ਉੱਤੇ ਔਰਨਾਮੈਂਟਲ ਟਰੀਜ਼ ਲੱਗੇ ਆ, ਤੁਸੀਂ ਕਦੇ ਜਾ ਕੇ ਦੇਖ ਕੇ ਆਓ ਔਰ ਤੁਹਾਨੂੰ ਇੰਨੀ ਕੁ ਜ਼ਿਆਦਾ ਖੁਸ਼ੀ ਹੁੰਦੀ ਆ। ਇਹ ਚੀਜ਼ਾਂ ਜੇ ਮੈਂ ਆਪਣੇ ਪਿੰਡ ਲਈ ਕਰ ਸਕਦਾ, ਪਿੰਡ ਲਈ ਕਰਨਾ ਸੌਖਾ ਬਿਕੋਜ਼ ਇਟਸ ਸਮੋਲ ਕਮਿਊਨਿਟੀ। ਜਲੰਧਰ ਸੈਂਟਰਲ ਬਹੁਤ ਵੱਡਾ ਏਰੀਆ ਆ। ਸੋ ਮਤਲਬ ਇਹ ਹੈ ਕਿ ਜੋ ਮੈਂ ਉੱਥੇ ਕਰ ਸਕਦਾ ਮੈਂ ਇੱਥੇ ਤਾਂ ਕਰ ਹੀ ਸਕਦਾ ਕਿ ਲੋਕਾਂ ਨੂੰ ਚੰਗੇ ਵਾਕਿੰਗ ਟਰੈਕਸ। ਹੁਣ ਮੈਂ ਨਾ ਅੱਜ ਤੋਂ 10 ਸਾਲ ਪਹਿਲਾਂ ਸਾਈਕਲਿੰਗ ਸਟਾਰਟ ਕੀਤੀ। ਬਹੁਤ ਥੋੜ੍ਹੇ ਉਦੋਂ ਸਟਾਰਟ ਹੋਇਆ ਸੀਗਾ ਨਵਾਂ ਟਰੈਂਡ, ਅਤੇ ਅਸੀਂ ਚਾਹੁੰਦੇ ਹੁੰਦੇ ਸੀਗੇ ਵੀ ਇੱਕ ਸਾਈਕਲਿੰਗ ਟਰੈਕ ਬਣੇ। ਬੜੀ ਵਾਰ ਰਿਪਰੈਜ਼ੈਂਟੇਸ਼ਨ ਦਿੱਤੀ। ਹੁਣ ਬੜਾ ਅਖਬਾਰਾਂ 'ਚ ਪੜ੍ਹਦੇ ਆ ਰਹੇ ਹਾਂ ਵੀ ਲਓ ਜੀ ਹੁਣ ਸਾਈਕਲਿੰਗ ਟਰੈਕ ਬਣੂਗਾ। ਔਰ ਕੁਛ ਬੇਸ਼ਕੀਮਤੀ ਜਾਨਾਂ ਵੀ ਤੁਸੀਂ ਦੇਖਿਆ ਹੋਣਾ ਸਾਈਕਲਿੰਗ ਐਕਸੀਡੈਂਟ ਦੇ ਵਿੱਚ ਗਈਆਂ। ਕਿ ਅਸੀਂ ਹੁਣ ਫੋਰਨ ਟਰੈਵਲ ਕਰਦੇ ਹਾਂ ਤਾਂ ਜੇ ਮੈਂ ਵਾਈਡਲੀ ਟਰੈਵਲਡ ਹਾਂ ਤਾਂ ਮੈਂ ਚਾਹੂੰਗਾ ਕਿ ਜਿੱਦਾਂ ਦੀਆਂ ਸੁੱਖ ਸਹੂਲਤਾਂ ਉਹਨਾਂ ਕੰਟਰੀਜ਼ ਦੇ ਵਿੱਚ ਆ ਉਹ ਸਾਡੀਆਂ ਕੰਟਰੀਜ਼ ਦੇ ਵਿੱਚ ਵੀ ਹੋਣ। ਔਰ ਇਹ ਆ ਕਿ ਵੀ ਜੇ ਰਾਸ਼ਨ ਕਿਸੇ ਗਰੀਬ, ਕੱਲ੍ਹ ਮੈਂ ਸੰਤੋਸ਼ੀ ਨਗਰ ਦੇ ਵਿੱਚ ਸੀਗਾ, ਸੋ ਜੇ ਹੁਣ ਇੱਕ ਵਿਧਵਾ ਲੇਡੀ ਨੂੰ 4 ਚੱਕਰ ਡੀਪੂ ਦੇ ਮਾਰਨੇ ਪੈਂਦੇ ਆਪਣਾ ਰਾਸ਼ਨ ਲੈਣ ਲਈ, ਇਹ ਬੜਾ ਮੈਨੂੰ ਔਡ ਜਿਹਾ ਲੱਗਦਾ। ਸੋ ਉੱਥੇ ਦੀਆਂ ਸਹੂਲਤਾਂ ਜਾਂ ਦਿੱਲੀ ਦੀਆਂ ਸਹੂਲਤਾਂ ਵਾਂਗੂ ਜੇ ਤੁਹਾਨੂੰ ਹੋਮ ਡਿਲੀਵਰੀ ਜੇ ਹੋਣ ਲੱਗ ਵੀ ਪਵੇ ਤਾਂ ਮੈਨੂੰ ਲੱਗਦਾ ਨਹੀਂ ਵੀ ਇਹਦੇ 'ਚ ਕੋਈ ਮਾੜੀ ਗੱਲ ਹੈ, ਬਹੁਤ ਵਧੀਆ ਗੱਲ ਹੈ। ਸੋ ਪੋਲੀਟਿਕਸ ਇਜ਼ ਰੈਗੂਲਰਲੀ ਚੇਂਜਿੰਗ। ਸੋ ਬਾਹਰਲੀਆਂ ਕੰਟਰੀਆਂ ਜੇ ਕੋਵਿਡ ਮੈਨੇਜਮੈਂਟ ਦਿੱਲੀ ਤੋਂ ਸਿੱਖਦੀਆਂ ਜਾਂ ਕੁਛ ਸਾਡੇ ਤੋਂ ਸਿੱਖਿਆ ਤਾਂ ਅਸੀਂ ਵੀ ਉਹਨਾਂ ਕੰਟਰੀਜ਼ ਤੋਂ ਸਿੱਖਣਾ ਹੈ। ਪਿਛਲੀ ਵਾਰ ਪਾਰਟੀ ਹਾਈ ਕਮਾਂਡ ਨੇ ਤੁਹਾਨੂੰ ਸੈਂਟਰ ਤੋਂ ਟਿਕਟ ਦਿੱਤੀ, ਤੁਸੀਂ ਚੋਣ ਮੈਦਾਨ 'ਚ ਉਤਰੇ। ਮਨੋਰੰਜਨ ਕਾਲੀਆ ਵੀ ਉਤਰੇ, ਰਜਿੰਦਰ ਬੇਰੀ ਵੀ ਉਤਰੇ। ਰਜਿੰਦਰ ਬੇਰੀ ਨੇ ਤੁਹਾਨੂੰ ਵੀ ਮਾਤ ਦੇ ਦਿੱਤੀ, ਮਨੋਰੰਜਨ ਕਾਲੀਆ ਨੂੰ ਵੀ ਮਾਤ ਦਿੱਤੀ। ਉਸ ਟਾਈਮ ਜੋ ਰਜਿੰਦਰ ਬੇਰੀ ਨੇ ਵਾਅਦੇ ਕੀਤੇ ਸੀ ਲੋਕਾਂ ਨਾਲ, ਉਹ ਵਾਅਦੇ ਤੁਹਾਨੂੰ ਲੱਗਦਾ ਕਿ ਉਹ ਵਾਅਦੇ ਪੂਰੇ ਹੋ ਚੁੱਕੇ ਪੂਰੀ ਤਰ੍ਹਾਂ? ਬੜੀ ਸ਼ਰਮ ਆਉਂਦੀ ਆ ਮੈਨੂੰ ਕੁਛ ਮੁਹੱਲਿਆਂ ਦੇ ਵਿੱਚ ਜਾ ਕੇ ਦੇਖ ਕੇ, ਸੜਕਾਂ ਪੱਟੀਆਂ ਪਈਆਂ, ਸੀਵਰੇਜ ਦੀ ਗੱਲ ਹੋ ਰਹੀ ਆ। ਸੋ ਮੈਨੂੰ ਐਂ ਲੱਗਦਾ ਕਿ ਇਹ ਜਿਹੜੇ ਕੁਛ ਮੁੱਦੇ ਆ ਜੇ MLA ਕੋਲ ਨਹੀਂ ਹੁੰਦੇ ਤਾਂ ਧਰਨੇ 'ਤੇ ਬਹਿ ਜਾਵੇ ਵੀ ਕਾਰਪੋਰੇਸ਼ਨ ਦਫ਼ਤਰ, ਚੰਡੀਗੜ੍ਹ ਜਾ ਕੇ ਬਹਿ ਜਾਵੇ, ਅਸੀਂ ਵੀ ਨਾਲ ਬਹਿ ਜਾਵਾਂਗੇ। ਇਹ ਜਲੰਧਰ ਸੈਂਟਰਲ ਦੇ ਮੁੱਦੇ ਉੱਥੇ ਅਸੀਂ ਪਾਰਟੀ ਪੋਲੀਟਿਕਸ ਭੁੱਲ ਜਾਵਾਂਗੇ। ਸੋ ਜਿਹੜੇ ਮਸਲਾ ਉਹਨੂੰ ਇਹ ਲੱਗਦਾ ਕਿ ਅਫਸਰਸ਼ਾਹੀ, ਉਹ ਵੀ ਮੰਨਦੇ ਆ ਕਿ ਕਾਰਪੋਰੇਸ਼ਨ ਦੇ ਵਿੱਚ ਅਫਸਰਸ਼ਾਹੀ ਦਾ ਬੋਲਬਾਲਾ ਹੈ। ਜਿਹੜਾ ਉਹਨਾਂ ਨੂੰ ਇਹ ਲੱਗਦਾ ਕਿ ਉਹ ਕੰਮ ਨਹੀਂ ਹੁੰਦਾ ਤਾਂ ਉਹ ਸਾਨੂੰ ਕਹਿਣ, ਅਸੀਂ ਵੀ ਨਾਲ ਉਹਨਾਂ ਦੇ ਜੁਆਇਨ ਕਰਾਂਗੇ, ਕੋਈ ਗੱਲ ਨਹੀਂ। ਦੇਖੋ ਜੇ ਲੋਕਾਂ ਦੇ ਭਲੇ ਹੋਣ ਲਈ ਕਿਤੇ
ਇਕੱਠੇ ਹੋ ਕੇ ਵੀ ਚੱਲਣਾ ਪੈਂਦਾ, ਆਪਾਂ ਨੂੰ ਇਹਦੇ 'ਚ ਕੋਈ ਇਤਰਾਜ਼ ਨਹੀਂ ਹੈਗਾ। ਸੋ ਮੈਨੂੰ ਲੱਗਦਾ ਕਿ ਲੋਕਾਂ ਨੂੰ ਆਸ਼ਾਵਾਂ ਬਹੁਤ ਸੀਗੀਆਂ ਕਿ ਵੀ ਇਹਨਾਂ ਨੇ ਕਾਉਂਸਲਰ ਰਹਿੰਦਿਆਂ ਹੋਇਆਂ ਅੱਛੇ ਕੰਮ ਕੀਤੇ ਆ, ਪਰ ਕਾਉਂਸਲਰ ਇੱਕ ਜਿੱਦਾਂ ਪਿੰਡ ਦਾ ਸਰਪੰਚ ਹੁੰਦਾ ਜਾਂ ਮੈਂਬਰ ਪੰਚਾਇਤ ਹੁੰਦਾ ਆ, ਉਹਦਾ ਦਾਇਰਾ ਇੱਕ ਬਹੁਤ ਛੋਟਾ ਹੁੰਦਾ। ਲੋੜਾਂ ਬੜੀਆਂ ਲੋਕਾਂ ਦੀਆਂ ਘੱਟ ਹੁੰਦੀਆਂ। ਲੋਕਾਂ ਦੀਆਂ ਲੋੜਾਂ ਇਹ ਹੁੰਦੀਆਂ ਵੀ ਮੇਰਾ ਰਾਸ਼ਨ ਕਾਰਡ ਬਣ ਜਾਵੇ, ਮੈਨੂੰ ਰਾਸ਼ਨ ਨਹੀਂ ਆਇਆ, ਮੇਰੀ ਸੜਕ ਟੁੱਟੀ ਹੋਊ ਆ, ਠੀਕ ਆ। ਹੁਣ ਆ ਜਿਹੜੀ ਮਾਸਟਰ ਤਾਰਾ ਸਿੰਘ ਨਗਰ ਵਾਲੀ ਮੇਨ ਸੜਕ ਆ, ਇਹ 11 ਸਾਲ ਬਾਅਦ ਬਣੀ ਆ। ਮੈਂ ਮਤਲਬ ਯਾਦ ਰੱਖਿਆ ਕਿ ਪਿਛਲੀ ਵਾਰ ਕਦੋਂ ਬਣੀ ਸੀ, 11 ਸਾਲ ਬਾਅਦ ਆ ਹੁਣ ਇਸ ਟਨਿਓਰ ਦੇ ਵਿੱਚ ਬਣੀ ਆ। ਸੋ ਉਸ ਰੋਡ ਦੇ ਉੱਪਰ ਜਿੱਥੇ ਸਾਰਾ ਐਡਮਿਨਿਸਟ੍ਰੇਟਿਵ ਕੰਪਲੈਕਸ ਆ, ਸੋ ਜੇ ਉੱਥੇ ਇਹ ਹਾਲ ਆ ਤਾਂ ਤੁਸੀਂ ਬਾਕੀ ਸ਼ਹਿਰ ਦਾ ਹਾਲ ਤੁਸੀਂ ਸੋਚ ਹੀ ਸਕਦੇ ਆ ਕਿ ਕੀ ਆ। ਰੋਡਸ ਪੱਟੀਆਂ ਆ, ਪਾਣੀ ਗੰਦਾ ਆ ਰਿਹਾ। ਕਮਲ ਵਿਹਾਰ ਦੀ ਮੈਂ ਗੱਲ ਕਰ ਰਿਹਾ ਸੀ, ਕਮਲ ਵਿਹਾਰ 'ਚ ਵੀ ਕੁਛ ਪੱਤਰਕਾਰ ਦੋਸਤ ਵੀ ਰਹਿੰਦੇ ਆ, ਉਹਨਾਂ ਨੇ ਬੁਲਾਇਆ ਤਾਂ ਗੰਦਾ ਪਾਣੀ ਅਸੀਂ ਦੇਖਿਆ, ਤਾਂ ਅਸੀਂ ਉਹ ਟੈਸਟ ਕੀਤਾ ਤਾਂ ਉਹਦਾ ਲੈਵਲ ਗੰਦਗੀ ਦਾ ਬਹੁਤ ਜ਼ਿਆਦਾ ਸੀਗਾ। ਤਾਂ ਅਸੀਂ ਕਾਰਪੋਰੇਸ਼ਨ 'ਚ ਫੋਨ ਕੀਤਾ, ਤਾਂ ਵੇਟ ਕਰ ਰਿਹਾ ਸੀ ਮੈਂ ਲੋਕਾਂ ਦੀ ਵੀ ਲੋਕ ਆਉਣ ਤਾਂ ਅਸੀਂ ਉਹਨਾਂ ਦੀ ਗੱਲ ਕਰੀਏ। ਤਾਂ ਲੋਕਾਂ ਦਾ ਫੋਨ ਆਇਆ ਜੀ ਤੁਸੀਂ ਆਪ ਹੀ ਜਾਇਓ। ਸੋ ਮੈਂ ਤਾਂ ਸਭ ਤੋਂ ਪਹਿਲਾਂ ਸ਼ੁਰੂਆਤ ਕੀਤੀ ਆ ਕਿ ਵੀ ਜਦੋਂ ਵੀ ਲੋਕਾਂ ਦੀ ਨਾਲ ਇਨਵੋਲਵਮੈਂਟ ਹੋਊਗੀ ਤਾਂ ਕੰਮ ਕਰਾਉਣੇ ਬਹੁਤ ਈਜ਼ੀ ਹੋ ਜਾਣਗੇ। ਬਟ ਅਲਟੀਮੇਟਲੀ 10 ਦਿਨ ਬਾਅਦ ਉਹਨਾਂ ਨੂੰ ਹੋਇਆ ਕਿ ਨਹੀਂ, ਅਸੀਂ ਤਾਂ ਕਹਿ ਸਕਦੇ ਹਾਂ ਨਾ, ਰਿਕੁਐਸਟ ਕਰ ਸਕਦੇ ਹਾਂ, ਬਟ ਜਾਣਾ ਪਊਗਾ। ਗਏ ਉਹ, ਉਹਨਾਂ ਲਈ ਨਵੀਂ ਸੀਵਰੇਜ ਲਾਈਨ ਨਵੀਂ ਇੱਕ ਪਾਈਪਲਾਈਨ ਪਾਣੀ ਦੀ ਖਿੱਚਣ ਦੀ ਕੋਸ਼ਿਸ਼ ਕੀਤੀ ਗਈ, ਸੂਰਿਆ ਐਨਕਲੇਵ, ਔਰ ਉੱਥੋਂ ਫਲੈਟਸ ਵਾਲਿਆਂ ਨੂੰ ਇਤਰਾਜ਼ ਹੋ ਗਿਆ ਵੀ ਸਾਡਾ ਪਾਣੀ ਨਹੀਂ ਪੂਰਾ ਹੁੰਦਾ, ਸਾਡੇ ਤੋਂ ਕਮਲ ਵਿਹਾਰ ਨੂੰ ਤੁਸੀਂ ਪਾਣੀ ਕਿਉਂ ਦੇ ਰਹੇ ਆ। ਸੋ ਬੇਸਿਕ ਨੀਡਸ ਜਿਹੜੀਆਂ ਹੁੰਦੀਆਂ, ਸਾਫ ਸੁਥਰਾ ਪਾਣੀ, ਚੰਗਾ ਸੀਵਰੇਜ ਸਿਸਟਮ, ਚੰਗੀਆਂ ਸੜਕਾਂ, ਚੰਗੇ ਸਕੂਲ, ਓਲਡ ਏਜ ਸਾਡੇ ਜਿਹੜੇ ਬਜ਼ੁਰਗ ਆ ਉਹਨਾਂ ਦੀ ਸੋਸ਼ਲ ਸਿਕਿਉਰਿਟੀ, ਉਹਨਾਂ ਦਾ ਖਿਆਲ ਰੱਖਿਆ ਜਾਵੇ, ਉਹਨਾਂ ਨੂੰ ਪ੍ਰੋਬਲਮ ਨਾ ਹੋਵੇ। ਹੈਂਡੀਕੈਪਡ ਤੁਸੀਂ ਦੇਖਿਆ ਹੋਣਾ ਕਿ ਬਾਹਰ ਜਿੰਨੀਆਂ ਵੀ ਸਰਵਿਸਿਜ਼ ਆ, ਜਿਹੜੀਆਂ ਪਬਲਿਕ ਯੂਟਿਲਿਟੀ ਸਰਵਿਸਿਜ਼ ਆ, ਉਹ ਹੈਂਡੀਕੈਪਡ ਲੋਕਾਂ ਦੀ ਲਾਈਫ ਬਾਹਰ ਬਹੁਤ ਈਜ਼ੀ ਆ ਕਿ ਵੀ ਇੱਕ ਵੀਲ ਚੇਅਰ ਵਾਲਾ ਬੰਦਾ ਬੜਾ ਈਜ਼ੀਲੀ ਬੱਸ 'ਚ ਵੀ ਚੜ੍ਹ ਜਾਂਦਾ, ਕਿਸੇ ਮੋਲ ਦੇ ਵਿੱਚ ਵੀ ਜਾਂਦਾ, ਕਿਸੇ ਦੀ ਉਹ ਹੈਲਪ ਦਾ ਮੁਹਤਾਜ ਨਹੀਂ। ਉਹ ਜਿਹੜਾ ਮੈਂ ਚੀਜ਼ ਦੇਖ ਰਿਹਾ ਵੀ ਇੱਥੇ ਤਾਂ ਆਦਮੀ 65 ਸਾਲ ਦੀ ਏਜ ਦੇ ਵਿੱਚ ਥੋੜ੍ਹਾ ਵੀ ਹੈਂਡੀਕੈਪਡ ਹੋਇਆ ਨਹੀਂ ਤਾਂ ਉਹ ਕਹਿੰਦਾ ਜੀ ਹੁਣ ਤਾਂ ਬਸ ਰੱਬ ਦੇ ਆਸਰੇ ਆ, ਠੀਕ ਹੈ ਨਾ। ਸੋ ਇੱਕ ਇਹ ਇੱਦਾਂ ਦਾ ਸਿਸਟਮ ਦੇਣ ਦੀ ਕੋਸ਼ਿਸ਼ ਕਰਾਂਗੇ। ਨਹੀਂ ਡਾਕਟਰ ਸਾਹਿਬ, ਮੇਰਾ ਸਵਾਲ ਉਹੀ ਹੈ ਕਿ ਮੌਜੂਦਾ MLA ਨੇ ਜੋ ਵਾਅਦੇ ਕੀਤੇ ਸੀ ਉਹ ਸਾਰੇ ਪੂਰੇ ਕਰ ਦਿੱਤੇ ਹੈ, ਔਰ ਕਿਹੜੇ ਵਾਅਦੇ ਰਹਿ ਗਏ ਹੈ? ਦੇਖੋ ਆਲਮੋਸਟ ਸਾਰੇ ਵਾਅਦੇ ਰਹਿ ਗਏ ਆ। ਦੇਖੋ ਹੁਣ ਅਖੀਰਲੇ ਟਨਿਓਰ ਦੇ ਵਿੱਚ ਆਣ ਕੇ ਦੇਖੋ ਲੋਕਾਂ ਦੀਆਂ ਲੋੜਾਂ ਬੜੀਆਂ ਘੱਟ ਆ। ਲੋਕੀ ਤਾਂ ਇਹ ਚਾਹੁੰਦੇ ਮੇਰੇ ਘਰ ਦੇ ਅੱਗੇ ਜਿਹੜੀ ਆ ਸੜਕ ਬਣ ਜਾਵੇ, ਇੱਦੋਂ ਵੱਧ ਕੇ ਲੋਕਾਂ ਦੀਆਂ ਲੋੜਾਂ ਨਹੀਂ। ਲੋਕੀ ਇਹਨਾਂ ਚੀਜ਼ਾਂ ਨਾਲ ਹੀ ਖੁਸ਼ ਹੋ ਜਾਂਦੇ ਆ। ਬਟ ਮੈਂ ਜਿੱਦਾਂ ਸਾਫ਼ ਪਾਣੀ ਹੋ ਗਿਆ, ਮੈਂ ਇੱਦਾਂ ਦੀਆਂ ਪੋਕਟਸ ਦਿਖਾ ਸਕਦਾ। ਔਰ ਇੱਕ ਇਸ਼ੂ ਮੈਂ ਹੋਰ ਤੁਹਾਨੂੰ ਲੈ ਕੇ ਆਉਣਾ ਚਾਹੁੰਦਾ, ਜਲੰਧਰ ਸੈਂਟਰਲ ਦਾ ਇੱਕ ਸੂਰਿਆ ਐਨਕਲੇਵ ਐਕਸਟੈਂਸ਼ਨ ਇੱਕ ਲੋਕੈਲਿਟੀ ਕੱਟ ਹੋਈ ਆ, ਇੰਪਰੂਵਮੈਂਟ ਟਰਸਟ ਨੇ ਕੱਟੀ ਆ, ਔਰ ਉਹਨਾਂ ਦੀ ਐਸੋਸੀਏਸ਼ਨ ਨੇ ਪਿਛਲੇ ਦਿਨੀ ਸਾਨੂੰ ਬੁਲਾਇਆ ਤਾਂ ਉਹਨਾਂ ਨੇ ਕਿਹਾ ਵੀ ਇਹ ਦੇਖੋ ਅਸੀਂ ਫੁੱਲ ਪੇਮੈਂਟ ਕੀਤੀ ਹੋਆ। ਇੱਕ ਮੈਨੂੰ ਕੋਈ ਉਹਨਾਂ ਦੇ ਪ੍ਰਧਾਨ ਮਿਲੇ, ਕਹਿੰਦੇ ਮੈਂ 40 ਲੱਖ ਰੁਪਈਆ ਆਪਣਾ ਜਿੰਨਾ ਵੀ ਮੇਰਾ ਫੰਡ ਆਇਆ ਰਿਟਾਇਰਮੈਂਟ ਤੋਂ, ਮੈਂ ਸਾਰੇ ਦਾ ਸਾਰੇ ਹੀ ਮੈਨੂੰ ਇਹ ਸੋਚਿਆ ਕਿ ਲੋਨ ਕੀ ਲੈਣਾ, ਸਾਰੇ ਦਾ ਸਾਰੇ ਹੀ ਕਹਿੰਦੇ ਮੈਂ ਇਹਦੇ ਦੇ ਦਿੱਤਾ। ਔਰ ਅੱਜ ਤੱਕ ਮੈਨੂੰ ਇਹ ਨਹੀਂ ਪਤਾ ਮੇਰਾ ਪਲਾਟ ਕਿੱਥੇ ਆ। ਸਿੱਧੂ ਸਾਹਿਬ ਆਏ ਸੀਗੇ, ਕਹਿੰਦੇ ਸਾਨੂੰ ਬੜੀ ਆਸ਼ਾ ਸੀ ਵੀ ਲੋਕਲ ਬੋਡੀਜ਼ ਮੰਤਰੀ ਹੈ, ਸਾਡੀ ਗੱਲ ਸੁਣਨਗੇ, ਪਰ ਉਹ ਵੀ ਇੱਥੇ ਮੀਡੀਆ ਲੈ ਕੇ ਆਏ, ਪੰਪ ਐਂਡ ਸ਼ੋਅ ਦੇ ਨਾਲ ਕਹਿੰਦੇ ਕੰਮ ਹੋਇਆ, ਸਾਨੂੰ ਚੰਡੀਗੜ੍ਹ ਬੁਲਾਇਆ ਗਿਆ। ਬਟ ਅੱਜ ਵੀ ਪਰਨਾਲਾ ਉੱਥੇ ਦਾ ਉੱਥੇ ਹੀ ਆ, ਔਰ ਇਨਕਰੋਚਮੈਂਟਸ ਦੀ ਭਰਮਾਰ ਆ। ਦਿੱਲੀ ਦੇ ਵਿੱਚ ਤੁਸੀਂ ਦੇਖੋ ਵੀ ਜਿਹੜੇ ਬਹੁਤ ਗਰੀਬ ਲੋਕੀ ਆ ਉਹਨਾਂ ਲਈ ਕੁਛ ਏਰੀਆਜ਼ ਈਅਰ ਮਾਰਕ ਕਰ ਦਿੱਤੇ ਗਏ ਆ ਵੀ ਲਓ ਜੀ ਇੱਥੇ ਅਸੀਂ ਕਮਰੇ ਤਾਂ ਇਹਨਾਂ ਨੂੰ ਫਲੈਟ ਬਣਾ ਕੇ ਦੇਵਾਂਗੇ। ਦੇਖੋ ਸੰਤੋਸ਼ੀ ਨਗਰ ਔਰ ਕਾਜੀ ਮੰਡੀ ਦੇ ਵਿੱਚ ਕਿੰਨਾ ਇਨਕਰੋਚਮੈਂਟ ਆ। ਇਹਨਾਂ ਨੇ ਇਹ ਕਿਹਾ ਸੀਗਾ ਕਿ ਅਸੀਂ ਇੱਕ ਸੂਰਿਆ ਐਨਕਲੇਵ ਤੋਂ ਸੜਕ ਕੱਢਾਂਗੇ ਰੇਲਵੇ ਸਟੇਸ਼ਨ ਦੇ ਪਿਛਲੇ ਪਾਸੇ ਦੀ, ਉਹ ਹੋਇਆ ਨਹੀਂ ਹੋਇਆ। ਉਹ ਸਰਕਾਰਾਂ ਬਦਲੀ ਜਾਂਦੀਆਂ, ਕੰਮ ਅਨਾਊਂਸਮੈਂਟਸ ਪਤਾ ਨਹੀਂ ਹੁਣ ਕਿਹੜੇ ਲੈਵਲ 'ਤੇ ਰਹਿ ਜਾਂਦਾ। ਸੋ ਡੈਫੀਨੇਟਲੀ ਇੱਕ ਪ੍ਰੋਪਰ ਕੋਆਰਡੀਨੇਸ਼ਨ ਨਾਲ ਅਸੀਂ ਚੱਲਾਂਗੇ, ਲੋਕਾਂ ਨਾਲ ਰਾਬਤਾ ਚੰਗਾ ਰੱਖਾਂਗੇ, ਔਰ ਪਰਸਨਲ ਇੰਟਰਸਟ ਜਿਹੜੇ ਆ ਉਹਨਾਂ ਨੂੰ ਬੈਕ ਸੀਟ 'ਤੇ ਰੱਖ ਕੇ ਮਤਲਬ ਲੋਕਾਂ ਲਈ, ਲੋਕਾਂ ਦਾ ਜਿੱਥੇ ਲੋਕਾਂ ਨੂੰ ਮੇਰੀ ਲੋੜ ਹੋਊਗੀ ਮੈਂ ਕਰੂੰਗਾ ਕੰਮ। ਜਿੱਦਾਂ ਤੁਸੀਂ ਕਹਿੰਦੇ ਆ ਰਜਿੰਦਰ ਬੇਰੀ ਨੇ ਜੋ ਵਾਅਦੇ ਕੀਤੇ ਸੀ ਉਹ ਪੂਰੇ ਨਹੀਂ ਹੋਏ,
ਠੀਕ ਹੈ ਜੀ, ਹਾਲੇ ਮੌਜੂਦਾ ਉਹਨਾਂ ਦੀ ਸਰਕਾਰ ਹੈ, ਠੀਕ ਹੈ, ਤੁਹਾਡੀ ਸਰਕਾਰ ਤਾਂ ਹੈ ਨਹੀਂ ਗੀ, ਫਿਰ ਤੁਸੀਂ ਲੋਕਾਂ ਦੇ ਜਿਹੜੇ ਵਾਅਦੇ ਕਰੋਗੇ ਉਹ ਕਿੱਦਾਂ ਪੂਰੇ ਕਰ ਦੋਗੇ? ਦੇਖੋ ਮੈਂ ਤਾਂ ਤੁਹਾਨੂੰ ਦੱਸਦਾ ਕਿ ਮੈਂ ਤਾਂ ਹਜੇ ਵੀ ਕੰਮ ਕਰੀ ਜਾਂਦਾ। ਸੋ ਇਹ ਤਾਂ ਇੱਕ ਦੇਖੋ MLA ਲੈਜਿਸਲੇਟਿਵ ਪਾਵਰ ਤਾਂ ਹੈ ਹੀ ਹੈ, ਬਟ ਇੱਕ ਉਹਦਾ ਅੱਛਾ ਜਿਹੜਾ ਰੈਪੋ ਹੋਣਾ ਚਾਹੀਦਾ ਸਾਰੇ ਪਾਸੇ। ਸੋ ਮੈਨੂੰ ਨਹੀਂ ਲੱਗਦਾ ਵੀ ਸਾਡੇ ਜਿਹੜੇ ਲੋਕਲ MLAs ਆ ਇਹਨਾਂ ਨੂੰ ਕਦੀ CM ਸਾਹਿਬ ਕਦੀ ਮਿਲਦੇ ਆ। ਇਹ ਅਨਸੈਸੀਬਲ CM ਆ, ਕਿਉਂਕਿ ਜਦੋਂ ਵੀ ਘਰ ਦੇ ਵਿੱਚ ਕਦੀ ਵੀ ਕਿਸੇ ਨੂੰ ਪ੍ਰੋਬਲਮ ਆਉਂਦੀ ਹੈ ਐਡਮਿਨਿਸਟ੍ਰੇਸ਼ਨ ਨਾਲ, ਉਹ ਕਿਹਨੂੰ ਦੱਸੂਗਾ? ਇੱਥੇ ਆਪਣਾ ਘਰ ਦੇ ਮੁਖੀ ਨੂੰ ਦੱਸੂਗਾ। ਘਰ ਦਾ ਮੁਖੀ ਕੌਣ ਆ? ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੀ। ਸੋ ਹੁਣ ਜੇ ਕੈਪਟਨ ਅਮਰਿੰਦਰ ਸਿੰਘ ਜੀ ਨੇ ਜਲੰਧਰ ਨੂੰ ਇੱਕ ਇੱਦਾਂ ਦਾ ਦਰਜਾ ਦੇ ਦਿੱਤਾ ਆ ਕਿ ਵੀ ਜਿੱਥੇ ਸਿਰਫ ਉਹ 2 ਵਾਰੀ ਆਏ ਆ 4.5 ਸਾਲ ਦੇ ਵਿੱਚ, ਇੱਕ ਰਿਕਾਰਡ ਉਹਨਾਂ ਨੇ ਬਣਾਤਾ ਆ। ਚਲੋ ਇੱਕ ਰਿਕਾਰਡ ਤਾਂ ਬਣਿਆ ਕਿ ਇੱਕ ਮੀਡੀਆ ਕੈਪੀਟਲ, ਇਹਨੂੰ ਮੀਡੀਆ ਹੱਬ, ਮੀਡੀਆ ਕੈਪੀਟਲ ਕਹਿੰਦੇ ਆ। ਸੋ ਇਹ ਮੈਨੂੰ ਯਾਦ ਆ, ਅਸੀਂ ਛੋਟੇ ਹੁੰਦੇ ਸੀਗੇ ਤਾਂ ਇੱਥੇ ਬੇਅੰਤ ਸਿੰਘ ਜੀ ਸੀਗੇ, ਉਹ ਹਰੇਕ ਤੀਜੇ ਦਿਨ ਮੈਨੂੰ ਯਾਦ ਆ ਵੀ ਅਸੀਂ ਕੈਂਟ ਵਿੱਚ ਦੀ ਲੰਘਦੇ ਹੁੰਦੇ ਸੀ ਤਾਂ ਉਹ ਕੈਂਟ ਦੇ ਇੱਕ ਰੈਸਟ ਹਾਊਸ ਦੇ ਵਿੱਚ ਆ ਜਾਂਦੇ ਹੁੰਦੇ ਸੀ। ਚਲੋ ਖੈਰ ਉਹਨਾਂ ਦਾ ਉਹ ਹਲਕਾ ਵੀ ਸੀਗਾ, ਬਟ ਕੀ ਜੇ ਉਹ ਜਲੰਧਰ ਵਰਗੇ ਸ਼ਹਿਰ 'ਚ ਸਿਰਫ 2 ਵਾਰੀ ਆਏ ਆ, ਸੋ ਐਡਮਿਨਿਸਟ੍ਰੇਸ਼ਨ ਨੇ ਵੀ ਉਨਾ ਕੀ ਪੱਬਾਂ ਭਾਰ ਰਹਿਣਾ ਜਿੰਨਾ ਕੁ ਤੁਸੀਂ ਉਹਨਾਂ ਨੂੰ ਕੱਸ ਕੇ ਰੱਖੋਗੇ। ਸੋ ਮੈਨੂੰ ਇਹ ਲੱਗਦਾ ਕਿ ਜਿਹੜੀ ਟੌਪ ਜਿਹੜੀ ਇਹਨਾਂ ਦੀ ਕੈਪਟਨ ਸਾਹਿਬ ਦਾ ਜਿਹੜਾ ਪਕੜ ਹੈ ਜਿਹੜੀ ਆ ਉਹ ਇੰਨੀ ਕੁ ਕਮਜ਼ੋਰ ਹੋ ਚੁੱਕੀ ਆ ਕਿ ਜਿਹੜੀ ਅਫਸਰਸ਼ਾਹੀ ਵਾਕਈ MLAs ਦੀ ਗੱਲ ਘੱਟ ਮੰਨਦੀ ਆ। ਸੋ ਇਸ ਕਰਕੇ ਇਹ ਤਾਂ ਹੁਣ ਕਾਉਂਸਲਰਸ ਵੀ ਤੁਸੀਂ ਦੇਖੋ ਕਹਿ ਰਹੇ ਆ, ਕੈਪਟਨ ਸਾਹਿਬ ਨੇ ਕਿਹਾ ਸੀਗਾ ਜੀ ਮੈਂ ਨਸ਼ਾ ਖ਼ਤਮ ਕਰ ਦੂੰਗਾ ਜੀ, ਬਹੁਤ ਛੇਤੀ ਨਸ਼ਾ। ਆਮ ਆਦਮੀ ਪਾਰਟੀ ਨੇ ਜਿੰਨਾ ਆਪਣੇ ਮੈਨੀਫੈਸਟੋ 'ਚ ਅਨਾਊਂਸ ਕੀਤਾ, ਮੈਂ ਉਦੋਂ ਵੀ ਛੇਤੀ ਖ਼ਤਮ ਕਰ ਦੂੰਗਾ। ਆ ਪਿਛਲੇ ਦਿਨੀ ਰਾਮਾ ਮੰਡੀ ਦੇ ਵਿੱਚ ਕਾਉਂਸਲਰ, ਰਾਮਾ ਮੰਡੀ ਦੇ ਜਿਹੜੇ ਚੁਣੇ ਹੋਏ ਕਾਂਗਰਸ ਦੇ ਕਾਉਂਸਲਰਸ ਆ, ਉਹਨਾਂ ਨੇ ਕਿਹਾ ਜੀ ਸਾਡੇ ਰਾਮਾ ਮੰਡੀ 'ਚ ਨਸ਼ੇ ਦੀ ਭਰਮਾਰ ਆ ਔਰ ਸਾਡਾ ਪੁਲਿਸ ਥਾਣਾ ਜਿਹੜਾ ਉਹ ਨਸ਼ੇ ਪਕਵਾ ਰਿਹਾ। ਸੋ ਇਹਨੂੰ ਹੁਣ ਕੀ ਕਵਾਂਗੇ? ਸਾਨੂੰ ਕਹਿਣ ਦੀ ਲੋੜ ਨਹੀਂ, ਹੋ ਰੂਲਿੰਗ ਪਾਰਟੀ ਦੇ MLAs ਕਾਉਂਸਲਰਸ ਆਪ ਹੀ ਕਹੀ ਜਾਂਦੇ ਆ। ਔਰ ਹੁਣ ਉਹਨਾਂ ਨੇ ਆਪਣਾ ਪ੍ਰਧਾਨ ਸਿੱਧੂ ਸਾਹਿਬ ਨੂੰ ਬਣਾਇਆ। ਸਿੱਧੂ ਸਾਹਿਬ ਹੁਣ ਇਹ ਕਹਿ ਰਹੇ ਆ ਵੀ ਮੈਂ 3 ਰੁਪਏ ਯੂਨਿਟ ਬਿਜਲੀ ਦੇ ਦੂੰਗਾ। ਵੀ ਸਾਡੀ ਸਰਕਾਰ, ਵੀ ਉਹ ਭੁੱਲ ਗਏ ਵੀ ਤੁਹਾਡੀ ਸਰਕਾਰ ਹੀ ਆ, ਵੀ ਨੇਕੀ ਔਰ ਪੂਛ ਵੀ ਚੰਗਾ ਕੰਮ ਹੈ, ਬਹੁਤ ਥੋੜ੍ਹਾ ਟਾਈਮ ਰਹਿ ਗਿਆ ਸੇਵਾ ਕਰਨ ਦਾ, ਲੋਕਾਂ ਦੀ ਹੁਣੇ ਹੀ ਸ਼ੁਰੂ ਕਰ ਲਓ, ਵਾਹ ਹੀ ਹੁਣ ਲੈ ਲਓ, ਕਿਉਂਕਿ ਮੈਨੂੰ ਲੱਗਦਾ ਨਹੀਂ ਤੁਹਾਨੂੰ ਦੁਬਾਰਾ ਹੁਣ 3 ਰੁਪਏ ਵਾਲਾ ਟਾਈਮ ਮਿਲਣਾ। ਸੋ ਮੈਨੂੰ ਐਂ ਲੱਗਦਾ ਵੀ ਲੰਬੇ ਭਾਸ਼ਣਾਂ ਦੇ ਨਾਲ ਲੋਕਾਂ ਨੂੰ ਖੁਸ਼ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਆ। ਉਹ ਮੈਂ ਹਮੇਸ਼ਾ ਐਗਜ਼ਾਮਪਲ ਇੱਕ ਦਿੰਦਾ ਹੁੰਦਾ ਬਈ ਜਿੱਦਾਂ ਇੱਕ ਘਰ ਦੇ ਵਿੱਚ ਘਰ ਦਾ ਮੁਖੀ ਹੋਵੇ ਨਾ, ਦੇਣਦਾਰੀਆਂ ਕਈ ਵਾਰ ਬਹੁਤ ਵੱਧ ਜਾਂਦੀਆਂ। ਵੀ ਜਦੋਂ ਦੇਣਦਾਰੀ ਬਹੁਤ ਵੱਧ ਜਾਵੇ ਤਾਂ ਜਿਹੜਾ ਘਰ ਦਾ ਮੁਖੀ ਆ ਨਾ ਉਹ ਘਰ ਛੱਡ ਕੇ ਚਲੇ ਜਾਂਦਾ, ਤਾਂ ਦੂਜੇ ਨੂੰ ਮੁੰਡੇ ਨੂੰ ਮੁਖੀ ਬਣਾ ਦਿੰਦੇ ਆ। ਤਾਂ ਜਦੋਂ ਲੈਣ ਵਾਲੇ ਆਉਂਦੇ ਆ ਉਹ ਕਹਿੰਦੇ ਯਾਰ ਉਹ ਤੇਰਾ ਹਿਸਾਬ ਬਾਪੂ ਨਾਲ ਆ, ਮੇਰੇ ਨਾਲ ਗੱਲ ਕਰ। ਹੁਣ ਕਾਂਗਰਸ ਦੇ ਵਿੱਚ ਇਹੀ ਆ ਵੀ ਜਦੋਂ ਲੋਕਾਂ ਦੇ ਕੋਲ ਕਾਂਗਰਸ ਸਰਕਾਰ ਨੇ ਜਾਣਾ, ਇਹਨਾਂ ਨੇ ਜਾਣਾ ਵੋਟਾਂ ਮੰਗਣ ਅਗਲੀ ਵਾਰ ਨੂੰ, ਤਾਂ ਇਹਨਾਂ ਨੇ ਇਹੀ ਕਹਿਣਾ ਵੀ ਤੁਹਾਡੀ ਜਿਹੜੀ ਨਾਰਾਜ਼ਗੀ ਆ ਕੈਪਟਨ ਸਾਹਿਬ ਨਾਲ ਹੋ ਸਕਦੀ ਹੈ, ਹੁਣ ਸਿੱਧੂ ਸਾਹਿਬ ਆ। ਸੋ ਬਟ ਲੋਕੀ ਇੰਨੇ ਅੱਜ ਕੱਲ੍ਹ ਨਿਆਣੇ ਨਹੀਂ ਹੈਗੇ। ਸੋ ਮੈਨੂੰ ਐਂ ਲੱਗਦਾ ਕਿ ਲੋਕਾਂ ਨੇ ਮਨ ਆਲਰੇਡੀ ਬਣਾ ਲਿਆ, 70 ਸਾਲ ਤੋਂ ਦੇਖਦੇ ਆ ਰਹੇ ਆ, ਦੋਨੋਂ ਪਾਰਟੀਆਂ ਨੂੰ ਦੇਖ ਲਿਆ ਆ। ਸੋ ਇੱਕ ਮੈਨੂੰ ਐਂ ਲੱਗਦਾ ਵੀ ਐਜ਼ ਆ ਅਗਰ ਮੈਂ ਨਿਊਟਰਲ ਪਰਸਨ ਵੀ ਹੋ ਕੇ ਸੋਚਾਂ ਅਤੇ ਕੋਈ ਮਤਲਬ ਇੱਕ ਬਦਲਾਵ ਜਿਹੜਾ ਆ ਦੇਖ ਲੈਣਾ ਚਾਹੀਦਾ। ਦਿੱਲੀ ਦੇ ਵਿੱਚ ਵੀ ਲੋਕਾਂ ਨੇ ਇੱਦਾਂ ਦੇ ਬਦਲਾਵ ਇੱਕ ਦੇਖਿਆ ਸੀਗਾ ਔਰ ਉਹ ਬੜਾ ਸਕਸੈਸਫੁਲ ਹੋਇਆ। ਉੱਤੋਂ ਹੁਣ ਇਹ ਆ ਕਿ ਵੀ ਆਰ ਵੈਰੀ ਹਾਈਲੀ ਹੋਪਫੁਲ, ਕਿਉਂਕਿ ਕਿਸਾਨ ਨਾ ਤਾਂ ਪਿੰਡਾਂ ਦੇ ਵਿੱਚ ਅਕਾਲੀ ਦਲ ਨੂੰ ਵੰਡ ਦਿੰਦੇ ਆ ਅਤੇ ਉਨਾ ਹੀ ਰੂਲਿੰਗ ਕਾਂਗਰਸ ਵੀ ਡਰਦੀ ਆ। BJP ਤਾਂ ਮੈਨੂੰ ਐਂ ਲੱਗਦਾ ਵੀ ਆ ਜਿਹੜਾ ਲਾਡੋ ਵਾਲੀ ਰੋਡ ਹੈ ਨਾ, ਇਹਨੂੰ ਟੱਪਣੀ ਨਹੀਂ, ਟੱਪਦੀ ਨਹੀਂ ਉਹ। ਇਹਨਾਂ ਨੂੰ ਤਾਂ 117 ਸੀਟਾਂ ਦੇ ਉੱਤੇ ਕੈਂਡੀਡੇਟ ਲੱਭ ਜਾਣ। ਮੈਂ ਅਰਦਾਸ ਕਰੂੰਗਾ ਵੀ ਇਹਨਾਂ ਨੂੰ ਲੱਭ ਜਾਣ ਔਰ ਇਹਨਾਂ ਨੂੰ ਤਾਂ ਪੱਲਿਓਂ ਪੈਸੇ ਦੇਣੇ ਆ ਕੈਂਡੀਡੇਟ ਦੇਣ ਲਈ। ਔਰ ਉੱਤੋਂ ਫਿਰ ਦੇਖੋ ਧਮਕੀ ਭਰਾ ਲਹਿਜਾ ਜਿਹੜਾ ਦੇਖੋ, ਜਦੋਂ ਆਦਮੀ ਕੋਈ ਬਹੁਤ ਤੰਗ ਹੋਵੇ, ਜਿੱਦਾਂ ਕਿਸਾਨ, ਪੰਜਾਬ ਕਿਸਾਨੀ ਕਰਕੇ ਜਾਣਿਆ ਜਾਂਦਾ, ਕਿੰਨੇ ਤੰਗ ਆ, ਕਿੰਨੇ ਆਲਰੇਡੀ ਰਿਕਾਰਡ ਜਿਹੜਾ ਪੁਰਾਣਾ 1918 ਵਾਲਾ ਬ੍ਰੇਕ ਹੋ ਗਿਆ 9 ਮਹੀਨੇ ਵਾਲਾ। ਸੋ ਅਸੀਂ ਕਿਸਾਨਾਂ ਦੇ ਮੁੱਦੇ ਦੇ ਵਿੱਚ ਵੀ ਕਾਂਗਰਸ ਨੂੰ ਤਾਂ ਅਕਾਲੀ ਦਲ ਨੂੰ ਔਰ BJP ਨੂੰ ਉਨਾ ਹੀ ਅਸੀਂ ਭਾਈਵਾਲ ਸਮਝਦੇ ਹਾਂ, ਬਿਕੋਜ਼ ਜਿਹੜੀ ਪੰਜਾਬ ਦੀ ਇਕੋਨਮੀ ਆ ਉਹ ਕਿਸਾਨਾਂ ਦੇ ਨਾਲ ਚੱਲ ਰਹੀ ਆ। ਸੋ ਅੱਛਾ ਅਸੀਂ ਤਾਲਮੇਲ ਬਣਾ ਕੇ ਰੱਖਾਂਗੇ, ਤਾਲਮੇਲ ਹੈ ਹੀ ਆ। ਤੁਸੀਂ ਦੇਖਿਆ ਹੋਣਾ ਕਿ ਜਿੰਨੀ ਵਾਰ ਵੀ ਕਿਸਾਨਾਂ ਦੇ ਧਰਨੇ ਜਲੰਧਰ ਦੇ ਵਿੱਚ ਲੱਗਦੇ ਆ, ਉਹ ਆਮ ਆਦਮੀ ਪਾਰਟੀ ਵੱਲੋਂ ਦੇਖੋ ਮੈਨੂੰ ਬੋਲਣ ਦਾ ਇੱਕ ਮੌਕਾ ਜ਼ਰੂਰ ਦਿੰਦੇ ਆ, ਕਿਉਂਕਿ ਉਹਨਾਂ ਨੂੰ ਇਹ ਫੀਲ ਹੁੰਦਾ ਵੀ ਅਸੀਂ ਉਹਨਾਂ ਦੀ ਸੋਚ 'ਤੇ ਬਹੁਤ ਲੱਗ ਗਏ ਹਾਂ
ਜੋ ਉਹ ਮੰਗਦੇ ਆ ਡੇ 1 ਤੋਂ ਉਹਨੂੰ ਅਸੀਂ ਕਹਿੰਦੇ ਆ ਵੀ ਇਹ ਜਿਹੜਾ ਕੰਟਰੈਕਟ ਸਿਸਟਮ ਆ ਗਲਤ ਆ। ਸੋ ਕੋਸ਼ਿਸ਼ ਕਰਾਂਗੇ ਵੀ ਲੋਕਾਂ ਦੀਆਂ ਜਿਹੜੀਆਂ ਜਿਹੜਾ ਹੁਣ ਸਾਡਾ ਸੰਵਾਦ ਵੀ ਚੱਲ ਰਿਹਾ ਲੋਕਾਂ ਦੇ ਨਾਲ, ਸੰਵਾਦ ਵੀ ਇੱਕ ਫੀਡਬੈਕ ਹੀ ਆ ਜਿੱਥੋਂ ਅਸੀਂ ਫੀਡਬੈਕ ਲੈ ਕੇ ਪਾਰਟੀ ਨੂੰ ਫੀਡਬੈਕ ਦੇ ਕੇ ਅਸੀਂ ਮੈਨੀਫੈਸਟੋ ਤਿਆਰ ਕਰਾਂਗੇ। ਅੱਗੇ ਵੀ ਲੋਕਾਂ ਕੋਲ ਜਾ ਕੇ ਹੀ ਤਿਆਰ ਕੀਤਾ ਸੀ। ਸੋ ਹੁਣ ਵੀ ਜਿਹੜੀਆਂ ਚੰਗੇ ਪੁਆਇੰਟਸ ਆ ਨਾਲ ਦੀ ਨਾਲ ਹੀ ਅਸੀਂ ਪਾਰਟੀ ਨੂੰ, ਮੈਂ ਚੰਡੀਗੜ੍ਹ ਫੀਡ ਕਰਦਾ ਰਹਿੰਦਾ ਕਿ ਆਹ ਚੀਜ਼ ਵੀ ਹੋਣੀ ਚਾਹੀਦੀ ਹੈ ਲੋਕਾਂ ਲਈ, ਇੱਦਾਂ ਦਾ ਕੰਮ ਵੀ ਹੋਣਾ ਚਾਹੀਦਾ। ਸੋ ਅਲਟੀਮੇਟਲੀ ਜੋ ਇੱਕ ਪੈਕੇਜ ਦੇਣਾ ਸਾਡੇ ਮੈਨੀਫੈਸਟੋ ਦੇ ਵਿੱਚ ਕਲੀਅਰ ਹੋ ਜਾਊਗਾ। ਜੇ ਗੱਲ ਕਰੀਏ ਸ਼੍ਰੋਮਣੀ ਅਕਾਲੀ ਦਲ ਨੇ ਆਪਣੇ ਜਿਹੜੇ ਕੈਂਡੀਡੇਟ ਹੈ ਕੋਸ਼ਿਸ਼ ਕਰਨੇ ਸ਼ੁਰੂ ਕਰਤੇ, ਨਾ ਆਮ ਆਦਮੀ ਪਾਰਟੀ ਨੇ ਘੋਸ਼ਣਾ ਕੀਤੀ ਹੈ ਨਾ ਕਾਂਗਰਸ ਨੇ। ਕਿੱਥੇ ਦੇਰੀ ਕਿੱਥੇ ਹੋ ਰਹੀ, ਜਾਂ ਆਮ ਆਦਮੀ ਪਾਰਟੀ ਨੂੰ ਕੋਈ ਕੈਂਡੀਡੇਟ ਮਿਲਦਾ ਨਹੀਂ ਪਿਆ? ਦੇਖੋ ਸਾਡੀ ਪਾਰਟੀ ਨੇ ਵੀ 45 ਹਲਕਿਆਂ ਦੇ ਵਿੱਚ ਹਲਕਾ ਪ੍ਰਧਾਨ ਲਾ ਦਿੱਤੇ ਆ। ਅਕਾਲੀ ਦਲ ਨਾਲੋਂ ਵੀ ਜ਼ਿਆਦਾ। ਸੋ ਉਹ ਜ਼ਿਆਦਾ ਚਾਂਸਸ 95 to 99% ਚਾਂਸਸ ਇਹੀ ਆ ਕਿ ਜਿਹੜੇ ਹਲਕਾ ਪ੍ਰਧਾਨ ਆ ਉਹੀ ਆਉਣ ਵਾਲੇ ਟਾਈਮ ਦੇ ਵਿੱਚ ਇਲੈਕਸ਼ਨ ਲੜਨਗੇ, ਅੰਟਿਲ ਅਨਲੈਸ ਕੋਈ ਬਹੁਤ ਗ੍ਰੋਸ ਕੋਈ ਪ੍ਰੋਬਲਮ ਉਸ ਏਰੀਏ ਦੇ ਵਿੱਚ ਨਾ ਹੋਵੇ। ਸੋ ਉਹ ਜਿੱਦਾਂ ਇਹ ਸੇਵਾਦਾਰ ਲਾ ਰਹੇ ਆ, ਅਸੀਂ ਹਲਕਾ ਪ੍ਰਧਾਨ ਸਾਡੇ ਜਿਹੜੇ ਆ ਉਹ ਲੱਗ ਰਹੇ ਆ। ਔਰ ਬਾਕੀ ਵੀ ਹਲਕਿਆਂ ਦੇ ਵਿੱਚ ਮੇਰਾ ਖਿਆਲ ਪਿਛਲੀ ਵਾਰੀ ਇਹ ਵੀ ਥੋੜ੍ਹੀ ਪ੍ਰੋਬਲਮ ਸੀਗੀ ਵੀ ਤੁਸੀਂ ਏਰੀਏ ਨੂੰ ਨਵੇਂ ਹੁੰਦੇ ਆ, ਹੁਣ ਆਲਰੇਡੀ 6 ਸਾਲ ਹੋ ਗਏ ਕੰਮ ਕਰਦਿਆਂ ਨੂੰ ਜਲੰਧਰ ਸੈਂਟਰਲ ਦੇ ਵਿੱਚ। ਮੈਨੂੰ ਇਹ ਲੱਗਦਾ ਕਿ ਜਿਹੜਾ ਇਸ ਦੌਰਾਨ ਜਾਂ ਜਿਹੜਾ ਹੁਣ ਅਸੀਂ ਸੰਵਾਦ ਵੀ ਜਿਹੜਾ ਲੋਕਾਂ ਦੇ ਨਾਲ ਕਰ ਰਹੇ ਹਾਂ, ਇਹਦੇ ਨਾਲ ਸਾਨੂੰ ਲੋਕਾਂ ਦੇ ਨਾਲ ਅਸੈਪਟੇਬਿਲਿਟੀ ਲੋਕਾਂ 'ਚ ਵੀ ਵੱਧ ਰਹੀ ਆ। ਪਾਰਟੀ ਦੀ ਤਾਂ ਵਧ ਹੀ ਰਹੀ ਆ, ਪਰ ਸਾਡੀ ਵੀ ਵੱਧ ਰਹੀ ਆ। ਤੇ ਕਾਂਗਰਸ ਕਿਉਂ ਲੇਟ ਹੋ ਰਹੀ ਹੈ? ਦੇਖੋ ਕਾਂਗਰਸ ਇਹ ਸੋਚਦੀ ਵੀ ਅਸੀਂ ਨੈਸ਼ਨਲ ਪਾਰਟੀ ਆ, ਸਾਡਾ ਇਨਫਰਾਸਟਰਕਚਰ ਵਾਰਡ ਲੈਵਲ ਤੱਕ ਜਿਹੜਾ ਪਹੁੰਚਿਆ ਆ ਬਈ ਸਾਨੂੰ ਕੋਈ ਬਹੁਤਾ ਪਹਿਲੋਂ ਅਨਾਊਂਸ ਕਰਨ ਦੀ ਲੋੜ ਨਹੀਂ ਹੁੰਦੀ। ਬਟ ਜਿੰਨਾ ਆਸਾਨ ਕਾਂਗਰਸ ਪਾਰਟੀ ਇਸ ਵੇਲੇ ਸੋਚ ਰਹੀ ਆ ਉਨਾ ਆਸਾਨ ਨਹੀਂ, ਕਿਉਂਕਿ ਉਹਨਾਂ ਦੀ ਨੈਸ਼ਨਲ ਲੀਡਰਸ਼ਿਪ ਇਸ ਵੇਲੇ ਬਹੁਤ ਵੀਕ ਹੈ। ਕਿਉਂਕਿ ਪੰਜਾਬ ਦੇ ਵਿੱਚ ਜਿਹੜੀ ਇਸ ਵੇਲੇ ਕਾਟੋ ਕਲੇਸ਼ ਕੈਪਟਨ ਦੀ ਔਰ ਸਿੱਧੂ ਦੀ ਹੋ ਰਹੀ ਆ, ਉਹਦੇ ਪਿੱਛੇ ਅਲਟੀਮੇਟਲੀ ਘਰ ਦਾ ਮੁਖੀ, ਉਹ ਜਿਹੜਾ ਵੱਡਾ ਮੁਖੀ ਆ ਉਹ ਕਮਜ਼ੋਰ ਹੋਵੇ ਤਾਂ ਨਿਆਣੇ ਫਿਰ ਲੜਦੇ ਰਹਿੰਦੇ। ਤਾਂ ਇਸ ਕਰਕੇ ਜਿਹੜਾ ਲੜਾਈ ਝਗੜੇ ਦਾ ਇਫੈਕਟ ਜਿਹੜਾ ਪੰਜਾਬੀਆਂ 'ਤੇ ਪੰਜਾਬ 'ਤੇ ਤਾਂ ਪੈ ਹੀ ਰਿਹਾ ਆ। ਕਿਉਂਕਿ ਇਹਨਾਂ ਦਾ ਜਿਹੜੇ ਜ਼ਿਆਦਾ ਸਾਡੇ ਜਿਹੜੇ ਮੰਤਰੀ ਆ ਜਾਂ ਜਿਹੜੇ MLAs ਆ ਉਹਨਾਂ ਦਾ ਜ਼ਿਆਦਾ ਇਸ ਵੇਲੇ ਜਿਹੜਾ ਧਿਆਨ ਆ ਸੋ ਉਹ ਗਰੁੱਪਿਜ਼ਮ ਦੇ ਵਿੱਚ ਆ ਗਿਆ। ਇਸ ਕਰਕੇ ਜਿਹੜਾ ਲੋਕਾਂ ਨੂੰ ਉਹਨਾਂ ਦਾ ਜਿੰਨਾ ਅਖੀਰਲੇ ਟਾਈਮ ਦੇ ਵਿੱਚ ਫਾਇਦਾ ਮਿਲਣਾ ਚਾਹੀਦਾ ਸੀ ਉਹ ਨਹੀਂ ਮਿਲ ਰਿਹਾ। ਕਿਉਂਕਿ ਹਰੀਸ਼ ਰਾਵਤ ਦਾ ਵੀ ਕੱਲ੍ਹ ਬਿਆਨ ਆ ਗਿਆ ਕਿ ਕਾਂਗਰਸ ਪਾਰਟੀ ਦੇ ਅੰਦਰ ਸਭ ਕੁਝ ਠੀਕ ਨਹੀਂ ਚੱਲ ਰਿਹਾ। ਨਹੀਂ, ਉਹ ਤਾਂ ਤੁਹਾਨੂੰ ਵੀ ਪਤਾ ਹੀ ਹੈ, ਸਾਨੂੰ ਵੀ ਪਤਾ ਹੀ ਹੈ ਵੀ ਸਭ ਕੁਝ ਠੀਕ ਨਹੀਂ ਚੱਲ ਰਿਹਾ। ਸੋ ਬਟ ਇਹ ਫਿਰ ਇਹ ਕਹਿਣਗੇ ਵੀ ਲਓ ਜੀ ਇਹ ਜੁਆਇੰਟ ਫੈਮਲੀਜ਼ ਦੇ ਵਿੱਚ ਇਹ ਹੁੰਦਾ ਹੀ ਹੁੰਦਾ ਆ। ਬਟ ਖਿਲਾਰਾ ਇੰਨਾ ਨਹੀਂ ਖਿਲਰਨਾ ਚਾਹੀਦਾ ਕਿ ਵੀ ਹੁਣ ਇੱਕ ਮੈਂ ਇਹ ਵੀ ਮੀਡੀਆ ਦੇ ਵਿੱਚ ਪੜ੍ਹ ਰਿਹਾ ਸੀਗਾ ਵੀ ਜਿਹੜੇ ਕੈਪਟਨ ਸਾਹਿਬ ਦੇ ਨਾਲ ਮੰਤਰੀ ਸਹਿਮਤ ਨਹੀਂ ਹੈਗੇ ਜਾਂ ਜਿਹੜੇ ਉਹਨਾਂ ਨੂੰ ਪੋਜ਼ ਵੀ ਉਹ ਚਾਹੁੰਦੇ ਆ ਵੀ ਮੈਂ ਉਹਨਾਂ ਨੂੰ ਚੱਲਦਾ ਕਰ ਦੇਵਾਂ। ਸੋ ਗਰੁੱਪਿਜ਼ਮ ਤਾਂ ਹੈ ਹੀ ਆ। ਦੇਖੋ ਘਰ ਨੂੰ ਪ੍ਰੋਪਰ ਆਰਡਰ 'ਚ ਰੱਖਣਾ ਇੱਕ ਜਿਹੜਾ ਬਹੁਤ ਸਿੰਸੀਅਰ ਹੈੱਡ ਚਾਹੀਦਾ। ਪਿਛਲੀ ਵਾਰ ਕੈਪਟਨ ਸਾਹਿਬ ਨੇ ਇਹ ਕਿਹਾ ਸੀਗਾ ਕਿ ਲਓ ਜੀ ਇਹ ਮੇਰੀ ਲਾਸਟ ਟਰਮ ਹੈ, ਇਹੀ ਕਿਹਾ ਸੀਗਾ ਨਾ। ਤਾਂ ਹੁਣ ਤੁਸੀਂ ਦੇਖੋ ਸ਼ਹਿਰ ਦੇ ਵਿੱਚ ਜਿਹੜੇ ਕੈਪਟਨ ਪੱਖੀ ਜਿਹੜੇ ਲੀਡਰ ਆ ਉਹਨਾਂ ਤੋਂ ਬੋਰਡ ਲਗਵਾ ਦਿੱਤੇ ਗਏ ਆ। 2022 'ਚ ਕੈਪਟਨ ਦੁਬਾਰਾ ਕਿੱਥੇ ਗਿਆ, ਪੁਰਾਣਾ ਵਾਅਦਾ ਕਿੱਥੇ ਗਿਆ? ਮੈਨੀਫੈਸਟੋ ਦੇ ਵਾਅਦਿਆਂ ਤੋਂ ਮੁੱਕਰ ਦਿੱਤਾ ਅਸੀਂ ਦੇਖ ਲੈ, ਪਰ ਆਹ ਵਾਅਦਾ ਹੁਣ ਕਿੱਥੇ ਗਿਆ ਵੀ ਇਹ ਮੇਰੀ ਲਾਸਟ ਟਰਮ ਆ। ਸੋ ਬੇਸਿਕਲੀ ਜਦੋਂ ਕਦੀ ਇਹਨਾਂ ਦੇ ਇੰਟਰਨਲ ਸਰਕਲਸ ਦੇ ਵਿੱਚ ਗੱਲ ਕਰੀਏ ਤਾਂ ਇਹ ਕਹਿੰਦੇ ਕਿ ਐਜ਼ ਅ ਡਾਕਟਰ ਵੀ ਮੈਂ ਫੀਲ ਕਰਦਾ ਕਿ ਜਿਹੜੀ ਫਿਟਨੈਸ ਹੈ, ਸਰਕਾਰ 60 ਸਾਲ ਦੀ ਉਮਰ 'ਤੇ ਰਿਟਾਇਰ ਕਰ ਦਿੰਦੀ ਆ। ਜਿਹੜੀ ਫਿਟਨੈਸ ਦਾ ਜਿਹੜਾ ਫਿਜ਼ੀਕਲ ਫਿਟਨੈਸ ਜਿਹੜੀ ਅਤੇ ਮੈਂਟਲ ਫਿਟਨੈਸ ਜਿਹੜੀ ਆ ਉਹਦਾ ਇਹ ਲੈਵਲ ਦੀ ਇੱਕ ਉਮਰ ਹੁੰਦੀ ਆ। ਸੋ ਜਦੋਂ ਇੱਕ ਲੈਵਲ ਤੋਂ ਤੁਹਾਡੀ ਇਹ ਜ਼ਿਆਦਾ ਹੋ ਜਾਂਦੀ ਹੈ ਤਾਂ ਤੁਸੀਂ ਓਨਾ ਦੌੜ ਭਜਾਈ ਨਹੀਂ ਕਰ ਸਕਦੇ। ਔਰ ਅਕਾਲੀ ਦਲ ਦੇ ਵਿੱਚ ਗੱਲ ਹੋ ਰਿਹਾ ਕਿਉਂਕਿ ਬਾਦਲ ਸਾਹਿਬ ਤੇ ਇੱਕੋ ਹੀ ਘਰ ਦਾ, ਉਹ ਤਾਂ ਘਰ ਦੀ ਪਾਰਟੀ ਆ ਨਾ, ਉੱਥੇ ਕੋਈ ਚੱਕਰ ਨਹੀਂ ਉਹ। ਸੋ ਬੇਸਿਕਲੀ ਇਹ ਆ ਕਿ ਕੈਪਟਨ ਸਾਹਿਬ ਨੂੰ ਅਪੀਲ ਕਰਦੇ ਹਾਂ ਵੀ ਪੰਜਾਬ ਦੇ ਕਾਂਗਰਸ ਦੇ ਹਿੱਤ ਲਈ ਨਵੇਂ ਚਿਹਰਿਆਂ ਨੂੰ ਅੱਗੇ ਆਉਣ ਦਿੱਤਾ ਜਾਵੇ। ਔਰ ਮੈਨੂੰ ਐਂ ਲੱਗਦਾ ਵੀ ਫਿਰ ਹੀ ਅੱਛਾ ਕੰਪੀਟੀਸ਼ਨ ਆਮ ਆਦਮੀ ਪਾਰਟੀ ਦੇ ਨਾਲ ਕਾਂਗਰਸ ਦਾ ਹੋਏਗਾ ਔਰ ਸਭ ਅੱਛਾ ਹੋਏਗਾ। ਜੋ ਆਮ ਆਦਮੀ ਪਾਰਟੀ ਆਉਣ ਵਾਲੇ ਦਿਨਾਂ ਦੇ ਵਿੱਚ ਕੁਝ ਹੋਰ ਅੱਛੇ ਚਿਹਰੇ ਵੀ ਸਾਨੂੰ ਜਿਹੜੇ ਜੁਆਇਨ ਕਰ ਰਹੇ ਆ, ਦੁਆਬੇ 'ਚ ਵੀ ਜੁਆਇਨ ਕਰ ਰਹੇ ਆ, ਪੰਜਾਬ 'ਚ ਵੀ ਜੁਆਇਨ ਕਰ ਰਹੇ ਆ। ਆਮ ਆਦਮੀ ਪਾਰਟੀ ਆਪਣੀ ਫਾਈਟ ਕਿਹਦੇ ਨਾਲ ਹੁੰਦੀ ਹੋਈ ਦੇਖਦੀ ਪਈ ਹੈ?
ਸਾਡੀ ਮੁੱਖ ਫਾਈਟ ਤਾਂ ਮੈਂ ਤਾਂ ਇਹ ਸੋਚਦਾ ਵੀ ਕਾਂਗਰਸ ਦੇ ਨਾਲ ਹੀ ਰਹੇਗੀ, ਕਿਉਂਕਿ ਦੇਖੋ ਅਕਾਲੀਜ਼ ਔਰ ਜਿਹੜੀ ਬੀਜੇਪੀ ਆ ਉਹ ਤਾਂ ਮੈਨੂੰ ਲੱਗਦਾ ਵੀ ਟੋਟਲੀ ਸਾਈਡ ਲਾਈਨ ਹੋ ਜਾਣੀ ਆ। ਅਕਾਲੀਆਂ ਦਾ ਜਿਹੜਾ ਦੋਹਰਾ ਚਿਹਰਾ ਆ ਕਿਸਾਨਾਂ ਦੇ ਮਸਲੇ ਦੇ ਵਿੱਚ ਉਹ ਬੇਨਕਾਬ ਹੋ ਗਿਆ ਆ। ਕਾਂਗਰਸ ਦੇ ਨਾਲ ਹੋਣਾ ਚਾਹੀਦਾ ਆ, ਪ੍ਰੋਵਾਈਡਡ ਕਾਂਗਰਸ ਦੀ ਜਿਹੜੀ ਅੰਦਰਲੀ ਜਿਹੜੀ ਇਹ ਫਾਈਟ ਆ ਉਹ ਖਤਮ ਹੋ ਜਾਵੇ। ਜੇ ਫਾਈਟ ਇੱਦਾਂ ਹੀ ਚੱਲਦੀ ਰਹੀ ਤਾਂ ਆਮ ਆਦਮੀ ਪਾਰਟੀ ਦੀ ਕਲੀਨ ਸਵੀਪ ਹੋਊਗੀ, ਮੈਂ ਇਹ ਸੋਚਦਾ। ਕਿਉਂਕਿ ਬੀਜੇਪੀ ਵੀ ਹੈ, ਸ਼੍ਰੋਮਣੀ ਅਕਾਲੀ ਦਲ ਦਾ ਗੱਠਜੋੜ ਬਹੁਜਨ ਸਮਾਜ ਪਾਰਟੀ ਨਾਲ ਵੀ ਹੋ ਗਿਆ, ਤੀਸਰੀ ਪਾਰਟੀ ਕਾਂਗਰਸ ਹੋ ਗਈ ਹੈ। ਦੇਖੋ ਇਹ ਆ ਕਿ ਬੀਜੇਪੀ ਦੇ ਨਾਲ ਕੰਪੀਟੀਸ਼ਨ ਤਾਂ ਅਸੀਂ ਸਮਝਦੇ ਨਹੀਂ। ਬੀਜੇਪੀ ਨੂੰ ਤਾਂ ਪ੍ਰੋਬਲਮ ਹੋਣੀ ਆ ਆਪਣੇ ਕੈਂਡੀਡੇਟਸ ਲੱਭਣ ਲਈ। ਬੀਜੇਪੀ ਦਾ ਤਾਂ ਮੈਂ ਇਹ ਸੋਚਦਾ ਇੱਕ ਅੱਧਾ ਕੈਂਡੀਡੇਟ ਉਹ ਹੀ ਜਿੱਤੂਗਾ ਜਿਹਦੀ ਪਰਸਨਲ ਕੋਈ ਰੈਪੋ ਲੋਕਾਂ ਦੇ ਨਾਲ ਬਹੁਤ ਚੰਗੀ ਆ। ਉਹ ਵੀ ਪਾਰਟੀ ਕਰਕੇ ਨਹੀਂ ਜਿੱਤੂਗਾ। ਜੇ ਕੋਈ ਪਰਸਨਲ ਰੈਪੋਜ਼ ਵੀ ਕਈ ਲੋਕਾਂ ਦੀਆਂ ਚੰਗੀਆਂ ਹੁੰਦੀਆਂ, ਕਈ ਲੋਕ ਇੰਡੀਪੈਂਡੈਂਟ ਵੀ ਜਿੱਤ ਜਾਂਦੇ ਆ। ਸੋ ਡੈਫੀਨੇਟਲੀ ਇਹਨੂੰ ਤਾਂ ਮੈਂ ਰੇਸ 'ਚ ਸਮਝਦਾ ਨਹੀਂ, ਕਿਉਂਕਿ ਅਸੀਂ ਦੇਖਦੇ ਹਾਂ ਹੁਣ ਲੋਕਾਂ ਦੇ ਵਿੱਚ ਜਾਂਦੇ ਹਾਂ, ਔਰ ਕਿਉਂਕਿ ਜਿਹੜਾ ਕਿਸਾਨਾਂ ਦੇ ਮੁੱਦੇ 'ਤੇ ਇਹਨਾਂ ਦਾ ਜਿਹੜਾ ਸਟੈਂਡ ਆ, ਸੋ ਜੋ ਹਰਜਾਨਾ ਜਿਹੜਾ ਸਭ ਤੋਂ ਵੱਡਾ ਮੋਦੀ ਸਾਹਿਬ ਦੀ ਜਿਹੜੀ ਰਿਜਿਡਨੈਸ ਦਾ ਉਹ ਪੰਜਾਬ ਬੀਜੇਪੀ ਨੂੰ ਭਰਨਾ ਪਊਗਾ। ਔਰ ਜਿਹੜੀ ਪੰਜਾਬ ਦੀ ਬੀਜੇਪੀ ਦੀ ਲੀਡਰਸ਼ਿਪ ਆ ਉਹਨਾਂ ਨੂੰ ਪੰਜਾਬੀਆਂ ਦੇ ਨਾਲ ਪੰਜਾਬ ਦੇ ਹਿੱਤਾਂ ਲਈ ਖੜਨਾ ਚਾਹੀਦਾ ਸੀਗਾ, ਨਾ ਕਿ ਆਪਣੀ ਨੈਸ਼ਨਲ ਲੀਡਰਸ਼ਿਪ ਦੀ ਯੈਸ ਮੈਨ ਬਣਨਾ ਚਾਹੀਦਾ ਸੀਗਾ। ਸੋ ਜੇ ਇੱਦਾਂ ਕੀਤਾ ਹੁੰਦਾ ਤਾਂ ਕੁਛ ਫਾਈਟ ਦੇ ਸਕਦੀ ਸੀਗੀ। ਹੁਣ ਤਾਂ ਤੁਸੀਂ ਵੀ ਮੀਡੀਆ ਦੇ ਵਿੱਚ ਹੀ ਆ, ਤੁਹਾਨੂੰ ਪਤਾ ਹੀ ਆ ਕਿ ਵਰਕਿੰਗ ਕਿੱਦਾਂ ਦੀ ਹੋ ਰਹੀ ਆ। ਸੋ ਬੇਸਿਕਲੀ ਤਾਂ ਨੈਸ਼ਨਲ ਪਾਰਟੀ ਕਾਂਗਰਸ ਹੈ, ਕਾਂਗਰਸ ਦੇ ਨਾਲ ਹੀ ਮੈਂ ਇਹ ਸੋਚਦਾ, ਪ੍ਰੋਵਾਈਡਡ ਉਹ ਉਹਨਾਂ ਦਾ ਹਾਊਸ ਆਰਡਰ 'ਚ ਰਹਿੰਦਾ, ਉਹਨਾਂ ਦਾ ਆਪਸ 'ਚ ਝਗੜਾ ਖਤਮ ਹੋ ਜਾਂਦਾ, ਫਿਰ ਤਾਂ ਉਹਨਾਂ ਦੇ ਨਾਲ ਹੀ ਕੰਪੀਟੀਸ਼ਨ ਹੋਣਾ ਚਾਹੀਦਾ। ਜੇ ਉਹਨਾਂ ਦਾ ਝਗੜਾ ਖਤਮ ਨਹੀਂ ਹੁੰਦਾ ਫਿਰ ਕਿਹਦੀ ਲੜਾਈ ਹੈ? ਕਲੀਨ ਸਵੀਪ ਹੋਣਾ ਚਾਹੀਦਾ। ਫਿਰ ਮੈਂ ਸੋਚਦਾ ਵੀ ਆਮ ਆਦਮੀ ਪਾਰਟੀ ਲਈ ਕਲੀਨ ਸਵੀਪ ਹੋਣਾ ਚਾਹੀਦਾ। ਪਿਛਲੇ ਦਿਨੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਜਲੰਧਰ ਆਏ, ਜਿੱਥੇ ਉਹਨਾਂ ਨੇ ਸੈਂਟਰ ਹਲਕੇ ਤੋਂ ਜਿਹੜੀ ਟਿਕਟ ਹੈ ਚੰਦਨ ਗਰੇਵਾਲ ਨੂੰ ਦੇ ਦਿੱਤੀ। ਚੰਦਨ ਗਰੇਵਾਲ ਨੂੰ ਟਿਕਟ ਦਿੱਤੀ, ਕਮਲਜੀਤ ਸਿੰਘ ਭਾਟੀਆ ਨਾਰਾਜ਼ ਹੋ ਗਏ। ਕੈਂਟ ਹਲਕੇ ਦੀ ਟਿਕਟ ਦਿੱਤੀ ਜਗਬੀਰ ਸਿੰਘ ਬਰਾੜ ਨੂੰ, ਸਰਬਜੀਤ ਸਿੰਘ ਮੱਕੜ ਨਾਰਾਜ਼ ਹੋ ਗਏ। ਇਹਨੂੰ ਤੁਸੀਂ ਕਿੱਦਾਂ ਦੇਖਦੇ? ਦੇਖੋ ਇਹਨਾਂ ਦਾ ਪਾਰਟੀ ਦਾ ਆਪਸ ਦਾ ਅੰਦਰੂਨੀ ਮਾਮਲਾ ਆ। ਅਸੀਂ ਉਹਦੇ 'ਚ ਨਾ ਤਾਂ ਬੋਲਦੇ ਹਾਂ ਨਾ ਦਖਲ ਦਿੰਦੇ ਚੰਗੇ ਲੱਗਦੇ ਆ। ਇਹਦਾ ਜਵਾਬ ਤਾਂ ਜਾਂ ਤੁਹਾਨੂੰ ਭਾਟੀਆ ਸਾਹਿਬ ਦੇ ਸਕਦੇ ਆ, ਜਾਂ ਚੰਦਨ ਜੀ ਦੇ ਸਕਦੇ ਆ, ਤਾਂ ਜਾਂ ਜਗਬੀਰ ਦੇ ਸਕਦਾ, ਤਾਂ ਜਾਂ ਮੱਕੜ ਦੇ ਸਕਦਾ। ਅਸੀਂ ਤਾਂ ਇਹਦੇ ਬਾਰੇ ਕੁਝ ਨਹੀਂ ਕਹਿ ਸਕਦੇ। ਬਟ ਇਹ ਆ ਕਿ ਜਿਹੜੇ ਲੋਕਾਂ ਨੇ ਮਿਹਨਤ ਦੇ ਨਾਲ ਕੰਮ ਕੀਤਾ ਆ, ਮੈਂ ਚਾਹੁੰਦਾ ਕਿ ਵੀ ਸਾਰੀਆਂ ਪਾਰਟੀਆਂ ਨੂੰ ਉਹਨਾਂ ਦਾ ਇੱਜ਼ਤ ਮਾਣ, ਇੱਜ਼ਤ ਸਤਿਕਾਰ ਕਰਨਾ ਚਾਹੀਦਾ। ਜੇ ਮੱਕੜ ਸਾਹਿਬ ਨੇ ਕੰਮ ਕੀਤਾ ਕੈਂਟ ਦੇ ਵਿੱਚ ਤਾਂ ਉਹਨਾਂ ਦਾ ਖਿਆਲ ਰੱਖਣਾ ਚਾਹੀਦਾ ਸੀਗਾ। ਜੇ ਭਾਟੀਆ ਸਾਹਿਬ ਨੇ ਕੈਂਟ ਦੇ ਵਿੱਚ ਸੈਂਟਰਲ 'ਚ ਕੰਮ ਕੀਤਾ ਤਾਂ ਉਹਨਾਂ ਦਾ ਖਿਆਲ ਜ਼ਰੂਰ ਰੱਖਣਾ ਚਾਹੀਦਾ ਸੀ ਪਾਰਟੀ ਨੂੰ। ਸੋ ਮੈਂ ਤਾਂ ਇਹੀ ਕਹਿ ਸਕਦਾ, ਬਾਕੀ ਉਹਨਾਂ ਦਾ ਅੰਦਰੂਨੀ ਮਾਮਲਾ ਉਹਦੇ 'ਚ ਅਸੀਂ ਕੁਝ ਦਖਲ ਨਹੀਂ ਦੇ ਸਕਦੇ। ਜਦੋਂ ਚੰਦਨ ਗਰੇਵਾਲ ਨੂੰ ਟਿਕਟ ਦਿੱਤੀ, ਕਮਲਜੀਤ ਸਿੰਘ ਭਾਟੀਆ ਨੇ ਪ੍ਰੈਸ ਕਾਨਫਰੰਸ ਸੱਦ ਲਿੱਤੀ। ਪ੍ਰੈਸ ਕਾਨਫਰੰਸ ਤੋਂ ਬਾਅਦ ਜਦੋਂ ਸੁਖਬੀਰ ਸਿੰਘ ਬਾਦਲ ਨੂੰ ਪਤਾ ਲੱਗਾ ਕਿ ਇਹ ਨਾਰਾਜ਼ ਚੱਲ ਰਹੇ, ਸੁਖਬੀਰ ਸਿੰਘ ਬਾਦਲ ਕਮਲਜੀਤ ਸਿੰਘ ਭਾਟੀਆ ਦੇ ਘਰ ਗਏ, ਉਹਨਾਂ ਨੂੰ ਚੇਅਰਮੈਨੀ ਦੇ ਦਿੱਤੀ। ਚੇਅਰਮੈਨੀ ਦੇਣ ਤੋਂ ਬਾਅਦ ਕਮਲਜੀਤ ਸਿੰਘ ਭਾਟੀਆ ਚੁੱਪ ਹੋ ਗਏ। ਹੁਣ ਕਿਤੇ ਨਾ ਕਿਤੇ ਸਰਬਜੀਤ ਸਿੰਘ ਮੱਕੜ ਵਿਰੋਧ ਕਰਦੇ ਹੋਏ ਦਿਖਾਈ ਦੇ ਰਹੇ ਆ। ਇਹਨੂੰ ਪੋਲੀਟਿਕਸ ਕਹਿੰਦੇ ਆ, ਇਹਨੂੰ ਸਿਆਸਤ ਕਹਿੰਦੇ ਆ। ਕਿ ਜਿਹੜਾ ਸ਼ਰੂੜ ਜਿਹੜਾ ਲੀਡਰ ਹੁੰਦਾ ਉਹਨੂੰ ਪਤਾ ਹੁੰਦਾ ਕਿ ਵੀ ਆਪਣੇ ਮੈਂ ਕੈਡਰਸ ਨੂੰ ਕਿੱਦਾਂ ਕੰਟਰੋਲ ਰੱਖਣਾ, ਉਹਨਾਂ ਨੂੰ ਚੁੱਪ ਕਿੱਦਾਂ ਕਰਾਉਣਾ। ਸੋ ਉਹਨਾਂ ਨੂੰ ਵੀ ਮਨਾ ਲਓਗੇ, ਇਹ ਕਿਹੜਾ ਔਖਾ ਕੰਮ ਹੈ। ਸੋ ਘਰ ਦੀ ਪਾਰਟੀ ਆ, ਪਾਰਟੀ ਦੇ ਸੁਪਰੀਮੋ ਆ, ਸੋ ਮਨਾਉਣਾ ਉਹਨਾਂ ਲਈ ਕੋਈ ਬਹੁਤਾ ਔਖਾ ਨਹੀਂ ਹੈਗਾ। ਬਟ ਇਹ ਆ ਕਿ ਜਿਹੜੇ ਲੋਕਾਂ ਨੇ ਜਿਹੜੇ 5 ਸਾਲ ਜਿਨ੍ਹਾਂ ਨੇ ਹਲਕੇ ਨੂੰ ਆਪਣੇ ਕੈਡਰਸ ਨੂੰ ਨਾਲ ਰੱਖਿਆ, ਸੋ ਉਹਨਾਂ ਦਾ ਥੋੜ੍ਹਾ ਜਿਹਾ ਸਾਰੀਆਂ ਪਾਰਟੀਆਂ ਨੂੰ ਅਸੀਂ ਕਹਿੰਦੇ ਖਿਆਲ ਰੱਖਣਾ ਚਾਹੀਦਾ। ਮੇਰਾ ਲਾਸਟ ਕੁਐਸਚਨ ਹੈ, ਸੈਂਟਰ ਹਲਕਾ 100% ਪੜ੍ਹਿਆ ਲਿਖਿਆ ਲੋਕ ਹੈ, ਕਈ ਪੜ੍ਹੇ ਲਿਖੇ ਲੋਕ ਇੱਥੇ ਰਹਿੰਦੇ ਵੀ ਹੈ। ਅਗਰ ਡਾਕਟਰ ਸੰਜੀਵ ਕੁਮਾਰ ਜਿੱਤ ਜਾਂਦੇ ਆ ਤਾਂ ਇਸ ਪੜ੍ਹੇ ਲਿਖੇ ਸੈਂਟਰ ਹਲਕੇ ਦੇ ਜਿਹੜੇ ਲੋਕ ਹੈ ਉਹਨਾਂ ਨੂੰ ਤੁਸੀਂ ਕਿੱਦਾਂ ਸੰਤੁਸ਼ਟ ਕਰੋਗੇ? ਦੇਖੋ ਇਹ ਆ ਕਿ ਬ੍ਰੇਨ ਦੇ ਵਿੱਚ ਇੱਕ ਮੈਪ ਬਣਿਆ ਆ। ਰਫਲੀ 3 ਤੋਂ 4 ਹਿੱਸੇ ਬਣ ਜਾਂਦੇ ਆ ਸੈਂਟਰਲ ਦੇ। 4 ਹਿੱਸਿਆਂ ਦੀਆਂ ਲੋੜਾਂ ਦੇ ਹਿਸਾਬ ਨਾਲ ਜਿਹੜਾ ਕੰਮ ਕੀਤਾ ਜਾਊਗਾ। ਔਰ ਲੋਕ ਵਾਕਈ ਕਹਿਣਗੇ ਕਿ ਵੀ ਡਾਕਟਰ ਸਾਹਿਬ ਨੇ ਜੇ ਕੰਮ ਕੀਤਾ ਆ ਸਾਡੇ ਲਈ ਤਾਂ ਬਹੁਤ ਅੱਛਾ ਕੀਤਾ ਆ। ਸੋ ਬੇਸਿਕ ਨੀਡਸ ਜਿਹੜੀਆਂ ਬੇਸਿਕ ਨੈਸੈਸਿਟੀਜ਼ ਆ ਉਹਨਾਂ 'ਤੇ ਫੋਕਸ ਕੀਤਾ ਜਾਊਗਾ। ਇੰਪਲੋਇਮੈਂਟ ਜਨਰੇਸ਼ਨ ਲਈ ਮੈਂ ਖਿਆਲ ਬਹੁਤ ਰੱਖੂੰਗਾ, ਕਿਉਂਕਿ ਹੁਣ ਮੈਂ ਜਦੋਂ ਅਸੀਂ ਸੰਵਾਦ ਲਈ ਜਾਂਦੇ ਹਾਂ ਅਸੀਂ ਦੇਖਦੇ ਹਾਂ ਘਰਾਂ ਦੇ ਵਿੱਚ 25-25 ਸਾਲ ਦੇ ਜਿਹੜੇ ਨਿਆਣੇ ਆ, ਬੱਚੇ ਆ, ਵਿਹਲੇ ਬੈਠੇ ਆ, ਜੋ ਕੰਮ ਨਹੀਂ ਮਿਲਦਾ। ਨੈਚੁਰਲੀ ਦਿਸ ਲੀਡਸ ਟੂ
ਪੈਟੀ ਕ੍ਰਾਈਮਸ ਜਿਹੜੇ ਅੱਜ ਕੱਲ੍ਹ ਜਿੰਨਾ ਹੁਣ ਦੇਖੋ ਥਾਣਿਆਂ ਦੇ ਵਿੱਚ ਤੁਸੀਂ ਦੇਖ ਲਓ, ਥਾਣੇ ਛੋਟੇ ਛੋਟੇ ਕ੍ਰਾਈਮਸ ਨੂੰ ਸੋਲਵ ਕਰਨ ਦੇ ਵਿੱਚ ਲੱਗੇ ਹੋ ਆ, ਔਰ ਉਹਦਾ ਕਾਰਨ ਅਨਐਮਪਲੋਇਮੈਂਟ ਆ। ਸੋ ਇੰਪਲੋਇਮੈਂਟ ਜਨਰੇਸ਼ਨ ਜਿਹੜੀ ਆ ਉਹ ਅੱਛੀ ਹੋਣੀ ਚਾਹੀਦੀ ਆ। ਸੋ ਹੁਣ ਜਿਹੜੇ ਦਿੱਲੀ ਦੇ ਜਿਹੜੇ ਸਕੂਲਸ ਆ ਉਹ ਉਹਨਾਂ ਨੂੰ IB ਦੇ ਨਾਲ ਉਹਨਾਂ ਨੇ ਮਾਨਤਾ ਦੇ ਦਿੱਤੀ ਆ। IB ਇਜ਼ ਇੰਟਰਨੈਸ਼ਨਲ ਬਕਲਰੇਟ, ਮਤਲਬ ਇਹ ਆ ਕਿ ਇੱਥੇ ਦੀ 10ਵੀਂ ਅਤੇ ਇੰਗਲੈਂਡ ਦੀ 10ਵੀਂ ਬਰਾਬਰ ਹੋ ਗਈ, ਇੱਥੇ ਦੀ 10ਵੀਂ ਅਤੇ ਕੈਨੇਡਾ ਦੀ 10ਵੀਂ ਬਰਾਬਰ ਹੋ ਗਈ। ਸੋ ਮਤਲਬ ਕੋਸ਼ਿਸ਼ ਕਰਾਂਗੇ ਕਿ ਵੀ ਇੱਕ ਇੰਟਰਨੈਸ਼ਨਲ ਲੈਵਲ ਤੱਕ ਐਜੂਕੇਸ਼ਨ ਦਾ ਸਿਸਟਮ ਜਿਹੜਾ ਲਿਜਾਣ ਦੀ ਕੋਸ਼ਿਸ਼ ਕਰਾਂਗੇ। ਔਰ ਕੁਛ ਇੱਕ ਬਹੁਤ ਥੋੜ੍ਹੇ ਅੱਛੇ ਸਕੂਲਸ ਹੈਗੇ ਆ, ਜਿੱਦਾਂ ਪੁਲਿਸ DAV ਸਕੂਲ ਆ। ਸੋ ਇਸ ਤਰਜ਼ ਦੇ ਉੱਤੇ ਮੇਰੇ ਮਨ ਦੇ ਵਿੱਚ ਆ ਰਿਹਾ ਕਿ ਵੀ ਉੱਥੇ ਤਾਂ ਬਹੁਤ ਇੱਕ ਲਿਮਟਡ ਲੋਕ ਹੀ ਪੜ੍ਹ ਸਕਦੇ ਆ। ਸੋ ਇੱਦਾਂ ਦੇ ਸਕੂਲਸ ਮਿਡਲ ਕਲਾਸ ਦੇ ਬੱਚਿਆਂ ਨੂੰ ਪੜ੍ਹਾਉਣ ਲਈ ਚਾਹੀਦੇ ਆ, ਬਿਕੋਜ਼ ਇੱਕ ਜਿਹੜਾ ਗਰੀਬ ਅਤੇ ਮਿਡਲ ਕਲਾਸ ਆਦਮੀ ਆ ਉਹ ਆਪਣੇ 2 ਬੱਚਿਆਂ ਨੂੰ ਸਕੂਲ ਦੀ ਐਜੂਕੇਸ਼ਨ ਨਹੀਂ ਦੇ ਸਕਦਾ। ਗੌਰਮੈਂਟ ਕਾਲਜਸ ਦਾ ਇੰਨਾ ਕੁ ਇੱਥੇ ਘਾਟਾ ਆ। ਇੱਕ ਸਪੋਰਟਸ ਕਾਲਜ ਹੀ ਇੱਥੇ ਸੀਗਾ, ਕੋਸ਼ਿਸ਼ ਕੀਤੀ ਗਈ ਆ, ਬਟ ਉਹ ਇੰਨਾ ਡਿਵੈਲਪ ਨਹੀਂ ਕੀਤਾ ਗਿਆ। ਹਰੇਕ ਜ਼ਿਲ੍ਹੇ ਦੇ ਵਿੱਚ ਮੈਂ ਚਾਹੂੰਗਾ ਕਿ ਇੱਕ ਤਾਂ ਜਿਹੜਾ ਗੌਰਮੈਂਟ ਕਾਲਜ ਜ਼ਰੂਰ ਹੋਣਾ ਚਾਹੀਦਾ, ਕਿਉਂਕਿ ਐਜੂਕੇਸ਼ਨ ਇੰਨੀ ਮਹਿੰਗੀ ਹੋ ਗਈ ਆ ਕਿ ਇੱਕ ਨੋਰਮਲ ਜਿਹੜੀ ਗ੍ਰੈਜੂਏਸ਼ਨ ਆ BA ਕਰਨੀ ਆ ਉਹ ਮੇਰੇ ਖਿਆਲ 50 ਤੋਂ 70 ਹਜ਼ਾਰ ਰੁਪਈਆ ਉਹਦੀ ਫੀਸ ਹੈ ਜਿਹੜੀ ਦੇਣੀ ਜਿਹੜੀ ਬਹੁਤ ਔਖੀ ਆ ਇੱਕ ਆਮ ਆਦਮੀ ਲਈ। ਔਰ ਜੇ ਅਗਲਾ BA ਜਾਂ BTech ਇੱਥੇ ਵਾਲੇ ਪ੍ਰਾਈਵੇਟ ਯੂਨੀਵਰਸਿਟੀ ਤੋਂ ਕਰ ਵੀ ਜਾਂਦਾ ਤਾਂ ਤਨਖਾਹ ਕਿੰਨੀ ਮਿਲ ਰਹੀ ਆ? 8,000। ਬਿਕੋਜ਼ ਇੰਡਸਟਰੀਜ਼ ਡਿਵੈਲਪ ਹੀ ਨਹੀਂ ਹੋਈਆਂ। ਇੰਡਸਟਰੀਜ਼ ਕਿਉਂ ਨਹੀਂ ਡਿਵੈਲਪ ਹੋਈਆਂ? ਪਿਛਲੇ ਦਿਨ ਹੀ ਤੁਸੀਂ ਦੇਖ ਹੀ ਲਿਆ ਇੱਥੇ ਦੇ ਇੰਡਸਟਰੀਲਿਸਟਾਂ ਦਾ ਹਾਲ ਕੀ ਕੀਤਾ। ਬਿਜਲੀ ਦੇ ਮਾਮਲੇ 'ਚ ਇੱਕ ਫੋਰਸੀਬਲ 3 ਦਿਨ ਦਾ ਉਹਨਾਂ ਨੂੰ ਸ਼ਟ ਡਾਊਨ ਕਰ ਦਿੱਤਾ ਗਿਆ। ਸੋ ਬੇਸਿਕਲੀ ਸਾਰਾ ਕੁਛ ਇੰਡੀਪੈਂਡੈਂਟ ਆ। ਸੋ ਇੱਕ ਟੋਟਲ ਪੈਕੇਜ ਬਣਾਇਆ ਜਾਊਗਾ ਅਤੇ ਇਹਨਾਂ ਨੂੰ ਦਿੱਤਾ ਜਾਊਗਾ। ਪਿਛਲੇ ਦਿਨੀ BJP ਦੇ ਕਾਰਜਕਰਤਾ ਔਰ ਸੀਨੀਅਰ ਲੀਡਰ ਮਨੋਰੰਜਨ ਕਾਲੀਆ ਵੱਲੋਂ ਵੀ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਸੀ। ਉਹਨਾਂ ਨੇ ਵੀ ਕਿਹਾ ਗਿਆ ਜੋ ਕੇਜਰੀਵਾਲ ਇੱਥੇ ਵਾਅਦੇ ਕਰਕੇ ਗਏ ਹੈ ਉਹ ਵਾਅਦੇ ਝੂਠੇ ਹੈਗੇ। ਕੇਜਰੀਵਾਲ ਵਾਅਦੇ ਜਿਹੜੇ ਕਰਕੇ ਗਏ ਉਹ ਪੂਰੇ ਨਹੀਂ ਕਰ ਸਕਦੇ। ਮਨੋਰੰਜਨ ਕਾਲੀਆ ਵੱਲੋਂ ਇੱਕ ਪ੍ਰੈਸ ਕਾਨਫਰੰਸ ਵੀ ਕੀਤੀ ਗਈ ਸੀ। ਕਾਲੀਆ ਸਾਹਿਬ ਨੂੰ ਕਹੋ ਆਪਣੇ ਪ੍ਰਾਈਮ ਮਿਨਿਸਟਰ ਨੂੰ ਇਹ ਵਰਡਸ ਕਹੇ। ਪ੍ਰਾਈਮ ਮਿਨਿਸਟਰ ਸਾਹਿਬ ਦਿੱਲੀ 'ਚ ਰਹਿੰਦੇ ਆ, ਉਹ ਦੇਖਦੇ ਆ, ਉਹ ਇਸੀ ਚੀਜ਼ ਤੋਂ ਡਰੇ ਹੋ ਆ। ਪ੍ਰਾਈਮ ਮਿਨਿਸਟਰ ਦੇਖੋ ਦਿੱਲੀ ਦੇ ਵਿੱਚ LG ਨੂੰ ਸੁਪਰੀਮ ਕਰਨਾ ਇਹ ਉਹੀ BJP ਪਾਰਟੀ ਆ ਜਿਹੜੀ ਆਪਣੀ ਮੈਨੀਫੈਸਟੋ 'ਚ ਇਹ ਲਿਖਦੀ ਹੁੰਦੀ ਸੀ ਕਿ ਅਸੀਂ ਦਿੱਲੀ ਨੂੰ ਫੁੱਲ ਸਟੇਟਹੁੱਡ ਦੇਵਾਂਗੇ। ਸੋ ਇੱਦਾਂ ਦੀਆਂ ਜਿਹੜਾ ਡਬਲ ਸਪੀਕ ਆ, ਡਬਲ ਟਾਕ ਆ, ਇਹ ਮੈਨੂੰ ਲੱਗਦਾ ਵੀ ਕਰਨੇ ਬੰਦ ਕਰ ਦੇਣੇ ਚਾਹੀਦੇ ਆ। ਸੋ ਉਹਨਾਂ ਨੂੰ ਕੋ ਆਪਣੇ ਜਲੰਧਰ ਸੈਂਟਰਲ ਏਰੀਆ 'ਤੇ ਧਿਆਨ ਕਰਨ, ਇਹ ਸੋਚਣ ਵੀ ਉਹਨਾਂ ਨੇ ਇਲੈਕਸ਼ਨ ਲੜਨੀ ਕਿ ਦਿੱਲੀ ਜਾਣਾ। ਮੇਰਾ ਲਾਸਟ ਕੁਐਸਚਨ ਹੈ, ਡਾਕਟਰ ਸੰਜੀਵ ਕੁਮਾਰ ਕਿਹਦੇ ਨਾਲ ਫਾਈਟ ਕਰਨਾ ਚਾਹੁੰਦਾ? ਮੈਂ ਤਾਂ ਕਹਿੰਦਾ ਵੀ ਕੈਂਡੀਡੇਟਸ ਡੋਂਟ ਮੈਟਰ ਫॉर ਮੀ। ਮੈਂ ਤਾਂ ਕਿਤੇ ਨਾ ਕਿਤੇ ਦਿਲ ਦੇ ਵਿੱਚ ਤਾਂ ਹੋਣਾ ਨਾ ਕਿ ਮੈਂ ਇਸ ਬੰਦੇ ਨਾਲ ਫਾਈਟ ਕਰਨਾ ਚਾਹੁੰਦਾ ਤਾਂ ਕਿ ਮੈਂ ਮੰਨਾਂ ਮੈਂ ਫਾਈਟ ਇਸ ਨਾਲ ਕੀਤੀ। ਦੇਖੋ ਮੈਂ ਤਾਂ ਪਿਛਲੀ ਵਾਰ ਵੀ ਖੁਸ਼ ਸੀਗਾ ਕਿ ਮੇਰੇ ਲਈ ਤਾਂ ਸਟਾਲਵਰਟ ਸੀ ਬਈ। ਮੈਂ ਤਾਂ ਦੇਖੋ BJP ਵਾਲਿਆਂ ਨੂੰ ਵੀ ਮੈਂ ਨੰਬਰ 2 ਹੀ ਪੰਜਾਬ ਦੇ ਸਮਝਦਾ ਸੀਗਾ, ਔਰ ਮੈਂ ਤਾਂ ਇਹੀ ਕਹਿੰਦਾ ਹੁੰਦਾ ਸੀ ਵੀ ਮੇਰੀ ਫਾਈਟ ਪੰਜਾਬ ਦੇ ਨੰਬਰ 2 ਦੇ ਨਾਲ ਆ। ਠੀਕ ਹੈ ਨਾ। ਸੋ ਮਤਲਬ ਜਿਹੜਾ ਵੀ ਆ ਜਾਵੇ ਸਾਡੇ ਲਈ ਤਾਂ ਉਹ ਪਾਰਟੀ ਨੇ ਦਾ ਖੜਾ ਕਰਨਾ ਹੀ ਕਰਨਾ। ਡਾਕਟਰ ਸੰਜੀਵ ਕੁਮਾਰ BJP ਤੋਂ ਕਿਹਦੇ ਨਾਲ ਫਾਈਟ ਕਰਨਾ ਪਸੰਦ ਕਰੇਗਾ? ਸ਼੍ਰੋਮਣੀ ਅਕਾਲੀ ਦਲ ਤੋਂ ਕਿਹਦੇ ਨਾਲ ਫਾਈਟ ਕਰਨਾ ਪਸੰਦ ਕਰੇਗਾ? ਔਰ ਕਾਂਗਰਸ ਦੇ ਨਾਲ ਕਿਹਦੇ ਨਾਲ ਫਾਈਟ ਕਰਨਾ ਪਸੰਦ ਕਰੇ ਔਰ ਕਹੇਗਾ ਕਿ ਫਾਈਟ ਕਰਨਾ ਇੰਨਾ ਕੀਤੀ ਤੇ ਫਾਈਟ ਕਰਕੇ ਮਜ਼ਾ ਆ ਗਿਆ? ਮੈਂ ਤਾਂ BJP ਨੂੰ ਰਿਕੁਐਸਟ ਕਰਨਾ ਚਾਹੁੰਦਾ ਵੀ ਕਾਲੀਆ ਸਾਹਿਬ ਨੂੰ ਤੁਸੀਂ ਨਾ ਗਵਰਨਰ ਬਣਾ ਦਿਓ ਜਾਂ ਰਾਜ ਸਭਾ ਦਾ ਮੈਂਬਰ ਬਣਾ ਦਿਓ, ਕੋਈ ਨੌਜਵਾਨ ਮੁੰਡਾ ਇੱਥੋਂ ਲਿਆਓ BJP ਦਾ। ਸੋ ਸਾਰੀਆਂ ਪਾਰਟੀਆਂ ਨੂੰ ਅਸੀਂ ਇਹੀ ਅਪੀਲ ਕਰਦੇ ਹਾਂ। ਅਤੇ ਬਾਕੀ ਇਹ ਆ ਵੀ ਕਾਂਗਰਸ ਜਿਹੜਾ ਵੀ ਦਊਗੀ ਆਪਾਂ ਲੜਨ ਨੂੰ ਤਿਆਰ ਹਾਂ, ਪਰ ਕਾਲੀਆ ਸਾਹਿਬ ਲਈ ਅਸੀਂ ਰਿਕੁਐਸਟ ਜ਼ਰੂਰ ਕਰਦੇ ਹਾਂ ਵੀ ਉਹਨਾਂ ਨੂੰ ਬਹੁਤ ਦੇਖੋ ਛੱਪੜ ਮੰਨਦੇ ਹਾਂ ਵੀ ਜਿਹੜੀ ਸਟੇਟ ਦੀ ਪੋਲੀਟਿਕਸ। ਮੈਨੂੰ ਕੋਈ ਬੰਦਾ ਮੇਰੇ ਕੋਲ ਆ ਕੇ ਬੈਠ ਗਿਆ, ਉਹ ਕਹਿੰਦਾ ਜਿਹੜੀ ਰੀਅਲ ਜਿਹੜੀ ਪੋਲੀਟਿਕਸ ਹੈ ਨਾ ਦੈਟ ਇਜ਼ ਐਟ ਦਿੱਲੀ ਲੈਵਲ। ਈਵਨ ਜਿਹੜਾ ਬੰਦਾ ਇੱਕ ਵਾਰ ਮੈਂਬਰ ਪਾਰਲੀਮੈਂਟ ਬਣ ਜਾਂਦਾ, ਤੁਸੀਂ ਆਪਣੇ ਕਾਂਗਰਸ ਵਾਲੇ ਇੱਥੇ ਲੋਕਲ MPs ਨੂੰ ਪੁੱਛ ਕੇ ਦੇਖ ਲਓ, ਜਿਹੜਾ ਇੱਕ ਵਾਰ ਦਿੱਲੀ ਰਹਿਣ ਲੱਗ ਪਿਆ ਉਹ ਦਿੱਲੀ ਦੀ ਕੋਠੀ ਛੱਡਣਾ ਨਹੀਂ ਚਾਹੁੰਦਾ ਜੀ। ਜੇ ਉਹ ਹਾਰ ਵੀ ਜਾਵੇ ਉਹ ਚਾਹੁੰਦਾ ਕਿਸੇ ਬੋਰਡ ਦਾ ਮੈਂਬਰ ਬਣ ਜਾਵਾਂ, ਰਾਜ ਸਭਾ ਦਾ ਮੈਂਬਰ ਬਣ ਜਾਵਾਂ। ਸੋ ਮੈਂ ਇਹ ਚਾਹੁੰਦਾ ਕਿ ਵੀ ਜਿਹੜੇ ਪੁਰਾਣੇ ਜਿਹੜੇ ਲੀਡਰਸ ਆ ਦੇ ਸ਼ੁੱਡ ਬੀ ਗਿਵਨ ਐਕਸਪੋਜਰ ਆਫ ਨੈਸ਼ਨਲ ਪੋਲੀਟਿਕਸ। ਅਤੇ ਬਾਕੀ ਇਹ ਆ ਵੀ ਨੌਜਵਾਨ ਜਿਹੜੇ ਤੁਹਾਡੀ ਸਾਡੀ ਉਮਰ ਦੇ ਆ ਉਹਨਾਂ ਨੂੰ ਸਟੇਟ ਦੇ ਵਿੱਚ ਐਫੀਸ਼ੀਐਂਟਲੀ ਕੰਮ ਕਰਨਾ ਚਾਹੀਦਾ।
ਜਿਹੜਾ ਕੁਐਸਚਨ ਮੈਂ ਪੁੱਛਿਆ ਤੁਸੀਂ ਹਾਲੇ ਤੱਕ ਉਸ ਕੁਐਸਚਨ ਦਾ ਸਹੀ ਤਰੀਕੇ ਜਵਾਬ ਨਹੀਂ ਦਿੱਤਾ। ਮੇਰਾ ਕੁਐਸਚਨ ਉੱਥੇ ਹੀ ਹੈ, ਡਾਕਟਰ ਸੰਜੀਵ ਕੁਮਾਰ ਫਾਈਟ ਕਿੰਨਾ ਕਰਨਾ ਚਾਹੁੰਦਾ? ਜਿਹੜਾ ਡਾਕਟਰ ਸੰਜੀਵ ਕਵੇ ਕਿ ਫਾਈਟ ਕੀਤੀ ਇਹਦੇ ਨਾਲ ਕੀਤੀ, ਉਹ ਕਰਕੇ ਮਜ਼ਾ ਆ ਗਿਆ। ਨਹੀਂ, ਪਿਛਲੀ ਵਾਰ ਵੀ ਦੇਖੋ ਮਜ਼ਾ ਆਇਆ ਸੀਗਾ, ਮਤਲਬ ਬੜਾ ਮੈਨੂੰ ਮਤਲਬ ਚੰਗੀ ਗੱਲ ਇਹ ਲੱਗਦੀ ਹੈ ਵੀ ਉਹ ਇਟਸ ਅ ਜੈਂਟਲਮੈਨਸ ਕੌਂਸਟੀਟੂਐਂਸੀ। ਮੈਂ ਇਹਨੂੰ ਜੈਂਟਲਮੈਨਸ ਕੌਂਸਟੀਟੂਐਂਸੀ ਕਹੂੰਗਾ। ਜਦੋਂ ਮੈਂ ਬਾਕੀ ਹਲਕਿਆਂ ਨਾਲ ਕੰਪੇਅਰ ਕਰਦਾ ਨਾ, ਨਾਰਥ ਨਾਲ ਕੰਪੇਅਰ ਕਰਦਾ ਜਾਂ ਮੈਂ ਇਹਨੂੰ ਵੈਸਟ ਨਾਲ ਕੰਪੇਅਰ ਕਰਦਾ, ਠੀਕ ਹੈ, ਮੈਂ ਇਹਨੂੰ ਸੋ ਮੈਂ ਚਾਹੁੰਦਾ ਵੀ ਜਿਹੜਾ ਵੀ ਲੜਾ ਹੀ ਸ਼ੁੱਡ ਬੀ ਅ ਜੈਂਟਲਮੈਨ, ਤਾਂ ਕਿ ਇਹ ਨਾਮ ਨਹੀਂ ਦੱਸਣਾ ਚਾਹੁੰਦੇ ਤੁਸੀਂ, ਮੈਂ ਇਸ ਨਾਲ ਫਾਈਟ ਕਰਨਾ ਚਾਹੁੰਦਾ। ਦੇਖੋ ਨਾਮ ਪਾਰਟੀਆਂ ਦੱਸਣਗੀਆਂ, ਮੈਂ ਤਾਂ ਫੋਕਸ ਆਪਣੇ ਆਪ ਤੇ ਕਰਦਾ। ਬਾਕੀ ਜਿਹੜਾ ਮੈਂ ਤੁਹਾਨੂੰ ਇੱਕ ਰਿਕੁਐਸਟ ਮੋਦੀ ਸਾਹਿਬ ਨੂੰ ਕੀਤੀ ਹੈ, ਉਹ ਉਹਨਾਂ ਤੱਕ ਪਹੁੰਚ ਹੀ ਜਾਣੀ ਆ ਵੀ ਪ੍ਰਮੋਸ਼ਨ ਕਰਨੀ ਚਾਹੀਦੀ ਹੈ ਜਿਹੜੀ ਸਟੇਟ ਦੀ ਲੀਡਰਸ਼ਿਪ ਹੈ ਉਹਨਾਂ ਨੂੰ, ਠੀਕ ਹੈ ਨਾ। ਇਹ ਸੀ ਆਮ ਆਦਮੀ ਪਾਰਟੀ ਦੇ ਡਾਕਟਰ ਸੰਜੀਵ ਕੁਮਾਰ, ਜਿਨ੍ਹਾਂ ਨੇ ਦੱਸਿਆ ਕਿ ਜੋ ਕਾਂਗਰਸ ਨੇ ਵਾਅਦੇ ਕੀਤੇ ਸੀ ਉਹ ਹਾਲੇ ਤੱਕ ਪੂਰੇ ਨਹੀਂ ਕੀਤੇ ਗਏ। ਮਗਰ ਕਿਤੇ ਨਾ ਕਿਤੇ ਇਹਨਾਂ ਨੇ ਇਸ ਗੱਲ ਨੂੰ ਸਾਫ਼ ਨਹੀਂ ਕੀਤਾ ਕਿ ਇਹ ਜੇ ਅਗਰ ਆਮ ਆਦਮੀ ਪਾਰਟੀ ਇਹਨਾਂ ਨੂੰ ਸੈਂਟਰ ਤੋਂ ਟਿਕਟ ਦਿੰਦੀ ਹੈ, ਇਹ ਫਾਈਟ ਕਿੰਨਾ ਕਰਨਾ ਚਾਹੁੰਦੇ ਹੈ। ਕੈਮਰਾਮੈਨ ਭਗਤ ਦੇ ਨਾਲ ਵਿਨय ਸ਼ਰਮਾ, दैनिक सवेरा टीवी, जलंधर। ਅਲੀਸ਼ਾ ਬੇਗਮ ਇੱਕ ਔਰਤ ਦਾ ਦੁੱਖ ਇੱਕ ਔਰਤ ਹੀ ਸਮਝ ਸਕਦੀ ਹੈ। ਰੂਹਾਨੀ ਅਤੇ ਕਾਲੀ ਸ਼ਕਤੀਆਂ ਦੀ ਮਾਲਕਨ, ਦੁਨੀਆ ਦਾ ਸਭ ਤੋਂ ਚਮਤਕਾਰੀ ਇਲਮ ਮੇਰੇ ਕੋਲ ਹੈ। ਮੇਰੇ ਕੀਤੇ ਨੂੰ ਕੋਈ ਕੱਟ ਨਹੀਂ ਸਕਦਾ। ਕਾਲਾ ਇਲਮ ਕਰਨਾ ਅਤੇ ਤੋੜਨਾ ਹਰ ਇੱਕ ਦੇ ਵੱਸ ਦੀ ਗੱਲ ਨਹੀਂ। ਪਰੇਸ਼ਾਨੀ ਜਿਵੇਂ ਲਵ ਮੈਰਿਜ, ਪਤੀ ਪਤਨੀ 'ਚ ਝਗੜਾ, ਸੌਤਨ ਦੁਸ਼ਮਣ ਤੋਂ ਛੁਟਕਾਰਾ, ਤਲਾਕ ਕੇਸ, ਬੁਰੇ ਸੁਪਨੇ, ਵਿਦੇਸ਼ ਯਾਤਰਾ, ਬੁਰੀ ਸੰਗਤ ਜਾਂ ਨਸ਼ਾ ਛੁਡਾਉਣਾ, ਬਿਮਾਰੀ 'ਚ ਦਵਾ ਨਾ ਲੱਗਣਾ। ਵਸ਼ੀਕਰਨ ਇੱਕ ਸੱਚਾਈ ਹੈ। ਵਸ਼ੀਕਰਨ ਕਰਵਾਓ, ਮਨ ਚਾਹਾ ਪਿਆਰ ਪਾਓ। ਕੀ ਤੁਹਾਡੀ ਕਿਸਮਤ 'ਚ ਲੋਟਰੀ ਦਾ ਯੋਗ ਹੈ ਜਾਂ ਨਹੀਂ? ਸੱਚਾਈ ਜਾਣੋ। ਲੋਟਰੀ ਨੰਬਰ ਪਾਓ, ਭਾਵੇਂ 649 ਹੋਵੇ ਜਾਂ ਲੋਟੋ ਮੈਕਸ। 11 ਘੰਟੇ 'ਚ ਕਰਵਾਓ ਹਰ ਪਰੇਸ਼ਾਨੀ ਦਾ ਹੱਲ ਘਰ ਬੈਠੇ। ਅਸ਼ਟਾਮ ਪੇਪਰ ਤੇ ਲਿਖ ਕੇ ਲਵੋ ਕੰਮ ਦੀ ਗਾਰੰਟੀ। ਜਾਂ ਕਹਿਣੇ ਤੋਂ ਬਾਹਰ तुरंत संपर्क करो, ਤੁਹਾਡੀ ਹਰ ਗੱਲ ਗੁਪਤ ਰੱਖੀ ਜਾਵੇਗੀ। ਅਲੀਸ਼ਾ ਬੇਗਮ। वर्ल्ड फेमस बाबा सलीम खान 21 बार गोल्ड मेडलिस्ट। सारियां थावां तो निराश अते मायूस होने वाले एक बार फोन जरूर करो, जिवें चाहोगे उवें होएगा। इट्स माई प्रॉमिस, इमीडिएटली रिजल्ट, ओपन चैलेंज। इल्मां दे माहिर A to Z समस्यावां दा फोन ते घर बैठे करवाओ हल। वशीकरण अते मुठ करनी, लव मैरिज, सौतन अते दुश्मन तो छुटकारा, पक्का काम पक्का हल, 101% गारंटी, अष्टाम पेपर समेत। सब तो पहला काम करन दा वादा, नौकरी, प्रमोशन, कारोबार च परेशानी, घर च झगड़ा, कोर्ट केस, तलाक, प्रॉपर्टी झगड़ा, पति पत्नी च अनबन, जादू टोना, मनमोहनी वशीकरण करवाओ जां तोड़वाओ, रुस्से नूं मनाउणा। हुणे कॉल करो बाबा सलीम खान 98 199 37 467।